कर अनुराग। ਏਕੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸੁਣ ਕੈ ਸ਼੍ਰੀ ਨਾਨਕ ਕੇ ਬਚਨਾ। ਇਨ ਤੀਨੋ ਕੀਨੋ ਮਨ ਖਚਨਾ। ਜਹ ਸਤ ਸੰਗਤ ਸੁਣੈ ਸਿਧਾਵਹਿ। ਸੇਵਾ ਕਰੈ ਸ਼ਬਦ ਮੁਖ ਗਾਵਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ। ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਿਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਸ਼੍ਰੀ ਕਰਤਾਰਪੁਰ ਸਾਹਿਬ ਰਹਿੰਦੇ ਨੇ, ਖੇਤੀਬਾੜੀ ਕਰਦੇ ਨੇ, ਕਰਵਾਉਂਦੇ ਨੇ। ਬਹੁਤ ਸੁੰਦਰ ਧਰਮਸ਼ਾਲਾ ਬਣਾਈ ਹੈ ਜਿੱਥੇ ਦੋਨੋਂ ਹੀ ਵਕਤ ਬਾਣੀ ਦਾ ਕੀਰਤਨ, ਬਾਣੀ ਦੀ ਵਿਚਾਰ ਦਾ ਪ੍ਰਵਾਹ ਚੱਲਦਾ ਹੈ। ਹਜ਼ਾਰਾਂ ਸਿੱਖ ਆਉਂਦੇ ਨੇ, ਵਰਸਾਏ ਜਾਂਦੇ ਨੇ, ਬਖਸ਼ੇ ਜਾਂਦੇ ਨੇ। ਉਹਨਾਂ ਬਖਸ਼ੇ ਹੋਏ ਸਿੱਖਾਂ ਵਿੱਚੋਂ ਕੁਝ ਸਿੱਖਾਂ ਦੇ ਨਾਮ ਇਤਿਹਾਸ ਵਿੱਚ ਲਿਖੇ ਗਏ ਨੇ। ਕਿੰਨੀ ਕੁ ਉਹਨਾਂ ਦੀ ਵੱਡੀ ਖੁਸ਼ਕਿਸਮਤੀ ਹੋਏਗੀ ਕਿ ਉਹਨਾਂ ਦੇ ਨਾਮਾਂ ਤੋਂ ਸਾਖੀਆਂ ਸਾਨੂੰ ਪ੍ਰਾਪਤ ਨੇ। ਜਿਹੜੀ ਸਾਖੀ ਆਪਾਂ ਸੁਣ ਰਹੇ ਹਾਂ ਉਹਦੇ ਵਿੱਚ ਭਾਈ ਪ੍ਰਿਥੀ ਮੱਲ, ਸਹਿਗਲ ਅਤੇ ਰਾਮਾ ਡਿੱਡੀ
ਇਹ 3 ਵਿਅਕਤੀ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਨੇ। ਪ੍ਰਿਥੀ ਮਲ ਸਹਿਗਲ ਉਭੈ, ਰਾਮਾ ਡਿੱਡੀ ਤੀਨ, ਆਏ ਸ਼੍ਰੀ ਗੁਰਦਰਸ਼ ਕੋ, ਜਗਿਆਸਾ ਮਨ ਲੀਨ। ਜਗਿਆਸਾ ਕੀ ਹੈ? ਰੱਬ ਦਾ ਮਿਲਾਪ ਕਿਵੇਂ ਹੋ ਸਕਦਾ ਹੈ? ਸੌਖੇ ਢੰਗ ਨਾਲ। ਅੱਜ ਸਾਰੀ ਦੁਨੀਆ ਧਰਮੀ ਹੋ ਸਕਦੀ ਹੈ, ਪਰ ਧਰਮ ਨੂੰ ਇੰਨਾ ਪਚੀਦਾ ਬਣਾ ਦਿੱਤਾ ਗਿਆ, ਇੰਨਾ ਗੁੰਝਲਦਾਰ ਬਣਾ ਦਿੱਤਾ ਗਿਆ। ਧਰਮ ਦੇ ਵਿੱਚ ਇੰਨੇ ਅੰਧ ਵਿਸ਼ਵਾਸ, ਵਹਿਮ ਭਰਮ, ਕਰਮ ਕਾਂਡ ਪਾ ਦਿੱਤੇ ਗਏ, ਔਰ ਇੰਨਾ ਕਠਿਨ ਦੱਸਿਆ ਗਿਆ ਵੀ ਤੁਹਾਨੂੰ ਤਾਂ ਨੰਗੇ ਪੈਰੀ ਤੁਰਨਾ ਪਵੇਗਾ। ਹੁਣ ਤੁਸੀਂ ਵੇਖਿਆ ਹੋਣਾ ਹੈ, ਬੜੇ ਲੋਕ ਨੇ ਉਹ ਤੇ ਬਿਨਾਂ ਜਰਾਬਾਂ ਤੋਂ ਬੂਟ ਨਹੀਂ ਪਾ ਸਕਦੇ। ਉਹਨੂੰ ਕਿਹਾ ਜਾਵੇ ਵੀ ਤੂੰ ਨੰਗੇ ਪੈਰੀ ਤੁਰਨਾ ਹੈ, ਉਹ ਕਹੇਗਾ ਮੈਂ ਤੇ ਇਸ ਧਰਮ ਨਾਲੋਂ ਐਵੇਂ ਹੀ ਚੰਗਾ। ਸੋ ਧਰਮ ਦੇ ਵਿੱਚ ਜਿਹੜੀ ਕਠਿਨਤਾ ਪਾਈ ਗਈ, ਇਹਨੇ ਵੀ ਧਰਮ ਦਾ ਨੁਕਸਾਨ ਕੀਤਾ। ਪ੍ਰਿੰਸੀਪਲ ਹਰਭਜਨ ਸਿੰਘ ਹੋਰੀ ਕਹਿੰਦੇ ਹੁੰਦੇ ਸੀ ਕਿ ਇੱਕ ਪੰਡਤ ਦੇ ਪੁੱਤਰ ਨੇ ਪੰਡਤ ਨੂੰ ਕਿਹਾ ਕਿ ਪਿਤਾ ਜੀ, ਮੈਂ ਤੁਹਾਡੇ ਧਰਮ 'ਚ ਨਹੀਂ ਰਹਿ ਸਕਦਾ। ਧਰਤੀ ਸੁੱਤੀ ਹੈ, ਧਰਤੀ ਜਾਗਦੀ ਹੈ, ਤਾਰਾ ਡੁੱਬਿਆ ਹੈ, ਇਹ ਦਿਨ ਸ਼ੁਭ ਨਹੀਂ, ਇਹ ਮਹੂਰਤ ਸ਼ੁਭ ਨਹੀਂ, ਇਹ ਸ਼ਗਨ ਹੈ, ਇਹ ਅਪਸ਼ਗਨ ਹੈ। ਮਤਲਬ ਇੱਥੋਂ ਤੱਕ ਵੀ ਵਹਿਮ ਭਰਮ ਹੈ ਵੀ ਹਵਾ ਕਿੱਧਰ ਦੀ ਵਗਦੀ ਹੈ। ਤੁਸੀਂ ਘਰੋਂ ਨਿਕਲੇ ਹੋ, ਹਵਾ ਅੱਗੋਂ ਆ ਰਹੀ ਹੈ, ਇਹ ਵੀ ਵੱਧ ਸਕਣੀ ਹੈ। ਖੋਤਾ ਹਿਣਕਿਆ, ਕਿਸੇ ਨੇ ਨਿਛ ਮਾਰਤੀ, ਬਿੱਲੀ ਨੇ ਰਾਹ ਕੱਟ ਦਿੱਤਾ। ਤੁਸੀਂ ਮੰਜੀ ਤੇ ਬੈਠੇ ਹੋ, ਤੁਹਾਡੇ ਸ਼ੂਜ਼ ਦਾ, ਤੁਹਾਡੀ ਜੁੱਤੀ ਦਾ ਪੈਰ ਮੂਧਾ ਹੋ ਗਿਆ, ਉਲਟਾ ਹੋ ਗਿਆ, ਪੁੱਠਾ ਹੋ ਗਿਆ, ਇਹ ਵੀ ਵੱਧ ਸਕਣੀ ਹੈ। ਤੁਸੀਂ ਬੈਠੇ ਹੋ, ਮੰਜੀ ਦੀ ਪੈਦ ਟੁੱਟ ਗਈ, ਇਹ ਬਹੁਤ ਵੱਡੀ ਵੱਧ ਸਕਣੀ ਹੈ। ਇਹ ਮਹੀਨਾ ਠੀਕ ਨਹੀਂ, ਇਹ ਦਿਨ ਠੀਕ ਨਹੀਂ। ਉਹ ਕਹਿਣ ਲੱਗਾ, ਪਿਤਾ ਜੀ ਮੈਂ ਤੁਹਾਡੇ ਧਰਮ 'ਚ ਨਹੀਂ ਰਹਿ ਸਕਦਾ। ਕਹਿੰਦਾ ਫਿਰ? ਕਹਿੰਦਾ ਮੈਂ ਤੇ ਮੁਸਲਮਾਨ ਬਣ ਜਾਣਾ ਹੈ। ਪਿਤਾ ਬੜਾ ਚਿੰਤਤ ਹੋਇਆ ਵੀ ਹੁਣ ਕੀ ਬਣੇ। ਅਖੀਰ ਉਸਨੇ ਆਪ ਹੀ ਕਿਹਾ, ਕਹਿਣ ਲੱਗਾ, ਪੁੱਤਰ ਇਹ ਕੰਮ ਨਾ ਕਰ, ਇੰਨਾ ਵੀ ਮੇਰੇ ਤੇ ਜ਼ੁਲਮ ਨਾ ਕਰ ਵੀ ਮੈਂ ਮਰਨ ਵਾਸਤੇ ਮਜਬੂਰ ਹੋ ਜਾਵਾਂ। ਜੇ ਤੂੰ ਧਰਮ ਬਦਲਣਾ ਹੀ ਹੈ ਤਾਂ ਮੈਂ ਇੱਕ ਪਿਤਾ ਹੋਣ ਦੇ ਨਾਤੇ ਤੈਨੂੰ ਸਲਾਹ ਵੀ ਦਿੰਦਾ ਵੀ ਤੂੰ ਸਿੱਖ ਬਣ ਜਾ। ਜੋ ਤੂੰ ਚਾਹੁੰਦਾ ਉਹ ਵੀ ਹੋ ਜਾਏਗਾ ਤੇ ਮੇਰਾ ਧਰਮ ਵੀ ਬਚ ਜਾਏਗਾ। ਸੱਚੇ ਪਾਤਸ਼ਾਹ ਨੂੰ ਇਹਨਾਂ ਨੇ ਆ ਕੇ 3 ਸਿੱਖਾਂ ਨੇ ਬੇਨਤੀ ਕੀਤੀ ਹੈ ਤੇ ਗੁਰੂ ਜੀ ਨੇ ਸਮਝਾਇਆ ਵੀ ਕੰਮ ਹੀ ਸੌਖਾ ਹੈ। ਤਾਂ ਤੁਸੀਂ ਤਮੋ ਗੁਣੀ ਭਗਤੀ ਛੱਡ ਦਿਓ, ਰਜੋ ਗੁਣੀ ਸਤੋ ਗੁਣੀ ਕਰੋ। ਕਹਿਣ ਲੱਗੇ ਜੀ ਸਾਨੂੰ ਆਉਂਦੀ ਨਹੀਂ। ਗੁਰੂ ਜੀ ਨੇ ਦੱਸਿਆ ਰਜੋ ਗੁਣੀ ਕਿਹੜੀ ਹੈ, ਫਿਰ ਇਹ ਵੀ ਦੱਸਿਆ ਵੀ ਸ਼ਾਂਤ ਕੀ ਤਪ ਕਿਹੜਾ ਹੈ। ਸ਼ਾਂਤ ਕੀ ਤਪ ਹੈ ਜਿਹਦੇ ਵਿੱਚ ਨਿਰੋਲ ਭਗਤੀ ਹੈ। ਇਹ ਜਿਹੜਾ ਹੈ ਨਾ ਪਰਾਇਆ ਰੂਪ ਨਾ ਤੱਕਣਾ, ਇਹ ਰਜੋਗੁਣੀ ਭਗਤੀ ਹੈ। ਕੰਨਾਂ ਨਾਲ ਨਿੰਦਿਆ ਨਾ ਸੁਣਨੀ, ਇਹ ਰਜੋਗੁਣੀ ਭਗਤੀ ਹੈ। ਕਿਸੇ ਦੀ ਨਿੰਦਿਆ ਜ਼ੁਬਾਨ ਤੋਂ ਨਾ ਕਰਨੀ, ਇਹ ਰਜੋਗੁਣੀ ਭਗਤੀ ਹੈ। ਪਰ ਪਾਠ ਕਰਨਾ, ਪਰਮਾਤਮਾ ਵਿੱਚ ਆਪਣੀ ਸੁਰਤ ਜੋੜਨੀ, ਮਨ ਨੂੰ ਭਟਕਣ ਤੋਂ ਰੋਕਣਾ,
ਜਿਹੜਾ ਧਰਮ ਸਰੀਰ ਦੀ ਸਤ੍ਹਾ ਤੇ ਹੈ ਉਹ ਰਜੋਗੁਣੀ ਹੈ। ਜਿਹੜਾ ਫਿਰ ਆਤਮਾ ਤੇ ਮਨ ਦੀ ਸਤ੍ਹਾ ਤੇ ਚਲਾ ਜਾਏਗਾ ਉਹ ਸ਼ਾਤਕੀ ਹੈ, ਉਹ ਸਤੋਗੁਣੀ ਹੈ। ਹੁਣ ਸਤੋਗੁਣੀ ਦੇ ਵਿੱਚ ਜਿਹੜਾ ਵੱਡਾ ਸਬਜੈਕਟ ਉਹ ਮਨ ਦਾ ਹੈ, ਤੇ ਮਨ ਨੂੰ ਰੋਕਣ ਲਈ ਇੱਥੋਂ ਤੱਕ ਘੋੜੇ ਦੀ ਉਦਾਹਰਨ ਵੀ ਦਿੱਤੀ ਸਤਿਗੁਰਾਂ ਨੇ ਪਰਸੋਂ। ਘੋੜੇ ਨੂੰ ਪੇਟ ਦਾ ਰੋਗ ਬਹੁਤ ਛੇਤੀ ਲੱਗਦਾ ਹੈ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਵੀ ਇਹ ਕਥਾ ਨੂੰ ਸੁਣਨ ਲਈ ਵੀ ਨੌਲੇਜ ਚਾਹੀਦੀ ਹੈ। ਜਿਹਦੇ ਕੋਲ ਜਾਣਕਾਰੀ ਨਹੀਂ ਹੈਗੀ ਉਹਦੇ ਲਈ ਇਹ ਕਥਾ ਕਿਸੇ ਕੰਮ ਦੀ ਨਹੀਂ ਹੈ, ਕਿਉਂਕਿ ਉਹਦਾ ਮਨ ਮੰਨੇਗਾ ਹੀ ਨਹੀਂ। ਕੋਈ ਕਹਾਣੀ, ਕੋਈ ਕਥਾ, ਕੋਈ ਸਾਖੀ ਸੁਣ ਲੈਣੀ, ਬੋਲ ਦੇਣੀ ਬੜੀ ਚੰਗੀ ਗੱਲ ਹੈ, ਪਰ ਜਿੰਨਾ ਚਿਰ ਤੁਹਾਡਾ ਮਨ ਨਹੀਂ ਮੰਨੇਗਾ ਤੁਹਾਨੂੰ ਉਹਦੇ ਤੋਂ ਲਾਭ ਕੋਈ ਨਹੀਂ ਹੋਏਗਾ। ਅੱਜ ਤੁਸੀਂ ਵੇਖਿਆ ਹੀ ਹੈ, ਇੰਸ਼ੋਰੈਂਸ ਵਾਲੇ ਆਉਂਦੇ ਨੇ, ਦੇਸੀ ਦਵਾਈਆਂ ਵੇਚਣ ਵਾਲੇ ਆਉਂਦੇ ਨੇ, ਕੋਈ ਅਕੂਪੰਕਚਰ ਵਾਲਾ ਆਉਂਦਾ ਹੈ, ਕੋਈ ਅਕੂਪ੍ਰੈਸ਼ਰ ਵਾਲਾ ਆਉਂਦਾ ਹੈ, ਕੋਈ ਹੈਮੋਪੈਥੀ ਆਉਂਦਾ ਹੈ, ਕੋਈ ਐਲੋਪੈਥੀ ਆਉਂਦਾ ਹੈ। ਉਹ ਤੁਹਾਨੂੰ 20-25 ਗੁਣ ਦੱਸਦੇ ਨੇ, ਤੇ ਤੁਸੀਂ ਜਦੋਂ ਨਹੀਂ ਤੁਹਾਡੇ ਪੱਲੇ ਕੁਛ ਪੈਂਦਾ ਤੁਸੀਂ ਪਤਾ ਕੀ ਕਹਿੰਦੇ ਹੋ? ਕੋਈ ਨਹੀਂ, ਆਪਾਂ ਨੈਕਸਟ ਟਾਈਮ ਬੈਠਾਂਗੇ, ਕੋਈ ਨਹੀਂ ਤੁਸੀਂ ਫਿਰ ਆਇਓ। ਉਹਦਾ ਅਰਥ ਹੁੰਦਾ ਵੀ ਜਾ ਬਾਬਾ ਮੇਰਾ ਖਹਿੜਾ ਛੱਡ। ਪਰ ਜੇ ਤੁਹਾਨੂੰ ਇੱਕ ਹੀ ਗੱਲ ਸਮਝ ਆ ਜੇ ਵੀ ਆਹ ਇੱਕ ਗੋਲੀ ਹੈ, ਇਹਦੇ ਨਾਲ ਇਹਦੇ 'ਚ ਵਿਟਾਮਿਨ ਨੇ, ਮਲਟੀ ਵਿਟਾਮਿਨ ਨੇ, ਤੁਹਾਡੀ ਤਾਕਤ ਠੀਕ ਹੋ ਜਾਏਗੀ, ਅੱਖਾਂ ਦੀ ਨਜ਼ਰ ਠੀਕ ਹੋ ਜਾਏਗੀ, ਕੰਨਾਂ ਦਾ ਸੁਣਨ ਦਾ ਠੀਕ ਹੋ ਜਾਏਗਾ, ਦੰਦਾਂ ਦੇ ਦਰਦ ਮੁੱਕ ਜਾਣਗੇ, ਹੱਡੀਆਂ ਦੀ ਕਮਜ਼ੋਰੀ ਮੁੱਕ ਜਾਏਗੀ, ਤੇ ਫਿਰ ਤੁਸੀਂ ਕਹੋਗੇ ਵੀ ਇਹਦੇ ਬਾਰੇ ਕੁਝ ਹੋਰ ਦੱਸ, ਕਿਉਂਕਿ ਉਹਦੀ ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਗਈ। ਖਰੀਦਣਾ ਨਾ ਖਰੀਦਣਾ ਅਜੇ ਵੀ ਉਹ ਸਟੇਜ ਬਾਕੀ ਹੈ। ਜਿਸ ਗੱਲ ਦਾ ਤੁਹਾਨੂੰ ਸਮਝ ਆਏਗੀ ਤੁਹਾਨੂੰ ਉਹਦੇ 'ਚ ਇੰਟਰਸਟ ਹੋਏਗਾ। ਤੁਸੀਂ ਉਹਦੇ ਬਾਇਰ ਬਣੋ ਨਾ ਬਣੋ, ਉਹਦੇ ਖਰੀਦਕਾਰ ਬਣੋ ਨਾ ਬਣੋ, ਇੱਕ ਵੱਖਰਾ ਸਬਜੈਕਟ ਹੈ। ਕਿ ਦੁਨੀਆ ਦੀ ਹਰ ਚੀਜ਼ ਜਿਹੜੀ ਮੈਨੂੰ ਪਸੰਦ ਹੈ ਮੈਂ ਖਰੀਦ ਸਕਦਾ? ਨਹੀਂ, ਉਹਦੇ ਲਈ ਪੈਸੇ ਵੀ ਹੋਣੇ ਚਾਹੀਦੇ ਨੇ। ਫਿਰ ਖਰੀਦ ਕੇ ਵੀ ਕੀ ਕਰੋਗੇ? ਕਈ ਗੱਲਾਂ ਲਈ ਤੁਹਾਡੇ ਕੋਲ ਪੈਸੇ ਵੀ ਹੈਗੇ ਨੇ, ਤੁਸੀਂ ਖਰੀਦ ਵੀ ਸਕਦੇ ਹੋ, ਪਰ ਉਹ ਚੀਜ਼ ਤੁਹਾਡੀ ਵਰਤੋਂ 'ਚ ਨਹੀਂ ਹੈਗੀ। ਫਿਰ ਕੀ ਕਰੋਗੇ? ਫਿਰ ਕੀ ਕਰੋਗੇ? ਕੋਈ ਚੀਜ਼ ਤੁਸੀਂ ਖਰੀਦ ਲਓਗੇ, ਤੁਸੀਂ ਘਰ ਰੱਖਣ ਜੋਗੇ ਨਹੀਂ ਹੈਗੇ, ਉਨੀ ਜਗ੍ਹਾ ਹੀ ਹੈ ਨਹੀਂ ਤੁਹਾਡੇ ਘਰ 'ਚ, ਫਿਰ ਕੀ ਕਰੋਗੇ? ਗੁਰੂ ਨਾਨਕ ਦੇ ਪਿਤਾ ਜੀ ਨੇ ਕਿਰਪਾ ਕਰ ਦਿੱਤੀ ਕਿ ਜਬੈ ਸ਼ਬਦ ਨੇ ਮਨ ਸਮਝਾਇਓ, ਕਾਜੈ ਕਾਰਨ ਬਾਜ ਸਮ ਭਾਇਓ, ਜਨਮ ਮਰਨ ਕੋ ਰੋਗ ਬਿਦਾਰਾ, ਇਹ ਸ਼ਾਂਤ ਕੀ ਤਪ ਜੋ ਸਖਾਰਾ। ਗੁਰੂ ਨੇ ਘੋੜੇ ਦੀ ਉਦਾਹਰਣ ਦਿੱਤੀ। ਦੇਖੋ, ਘੋੜੇ ਨੂੰ ਪੇਟ ਦਾ ਰੋਗ ਹੋਣਾ ਹੀ ਹੋਣਾ ਹੈ। ਮਤ ਸੋਚੋ ਵੀ ਨਹੀਂ ਜੀ, ਮੈਂ ਰੋਜ਼ ਬੇਨਤੀ ਕਰਦਾ ਕਿ ਇੱਕ ਪੱਖ ਹੈ, ਸਾਈਕਲ ਲੈ ਲਓ ਜੀ, ਸਕੂਟਰ ਲੈ ਲਓ ਜੀ, ਦਵਾਈ ਲੈ ਲਓ ਜੀ, ਕੱਪੜਾ ਲੈ ਲਓ ਜੀ, ਕੋਟੀ ਸਵੈਟਰ ਲੈ ਲਓ ਜੀ, ਸਰਦੀ ਹੈ ਜੀ। ਇੱਕ ਦੂਜਾ ਪੱਖ ਵੀ ਹੈ, ਜੇ ਮੈਂ ਸਾਈਕਲ ਨਾ ਲਵਾਂ ਜੀ, ਜੇ ਮੈਂ ਦਵਾਈ ਨਾ ਖਾਵਾਂ ਜੀ, ਜੇ ਮੈਂ ਗਰਮ ਕੱਪੜੇ ਨਾ ਪਾਵਾਂ ਜੀ, ਉਹਦਾ ਦੂਜਾ ਪੱਖ ਵੀ ਹੈ ਵੀ ਭਾਈ ਫਿਰ ਕਰੋਨੇ ਨਾਲੋਂ ਭੈੜਾ ਨਮੂਨੀਆ ਹੁੰਦਾ ਹੈ। ਅਸੀਂ ਦੂਜਾ ਪੱਖ ਨਹੀਂ ਸੁਣਦੇ। ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ ਪ੍ਰਭੂ ਦੇ ਸਿਮਰਨ ਬਾਰੇ, ਇੱਕ ਨਹੀਂ ਹਜ਼ਾਰਾਂ ਵੀ ਆਉਂਦੀਆਂ ਨੇ। ਸਿਮਰਨ ਕਰੋਗੇ ਇਹ ਹੋਏਗਾ, ਸਿਮਰਨ ਕਰੋਗੇ ਇੰਜ ਹੋਏਗਾ, ਸਿਮਰਨ ਕਰੋਗੇ ਇੰਜ ਹੋਏਗਾ। ਤੁਸੀਂ ਕਹੋਗੇ ਜੀ ਸਾਡੇ ਕੋਲ ਤਾਂ ਟਾਈਮ ਹੈ ਨਹੀਂ, ਇਹ ਤਾਂ ਭਾਈਆਂ ਦਾ ਵਿਹਲਿਆਂ ਦਾ ਕੰਮ ਹੈ। ਠੀਕ ਹੈ, ਇੱਥੋਂ ਤੱਕ ਤੁਹਾਡਾ ਹੱਕ ਹੈ। ਜ਼ਰੂਰੀ ਨਹੀਂ ਕਿ ਮੈਂ ਤੁਹਾਨੂੰ ਕਹਾਂ ਜੀ ਇਹ ਮੇਰਾ ਸਮਾਨ ਖਰੀਦ ਲਓ ਤੇ ਤੁਹਾਨੂੰ ਖਰੀਦ ਲੈਣਾ ਚਾਹੀਦਾ। ਠੀਕ ਹੈ, ਗੱਲ ਤੁਹਾਨੂੰ ਨਹੀਂ ਗੱਲ ਠੀਕ ਲੱਗੀ, ਤੁਸੀਂ ਨਾ ਲਓ। ਹੁਣ ਦੂਜਾ ਪੱਖ ਵੀ ਹੈ ਕਿ ਜੇ ਸਿਮਰਨ ਨਹੀਂ ਕਰੋਗੇ ਤਾਂ ਫਿਰ ਕੀ ਹੋਏਗਾ? ਕਦੇ ਪੁੱਛਿਆ ਤੁਸੀਂ? ਮੈਂ ਕੱਲ ਵੀ ਇੱਕ ਉਦਾਹਰਨ ਦਿੱਤੀ ਸੀ ਵੀ ਤੁਸੀਂ ਡਾਕਟਰ ਕੋਲ ਗਏ,
ਡਾਕਟਰ ਨੇ ਕਿਹਾ ਵੀ ਇਸ ਬਿਮਾਰੀ ਦਾ ਇਲਾਜ ਸਰਜਰੀ ਹੈ। ਹੁਣ ਤੁਸੀਂ ਪੁੱਛਿਆ ਜੀ ਪੈਸੇ, ਉਹ ਕਹਿੰਦਾ ਜੀ 20 ਲੱਖ ਲੱਗੇਗਾ। ਤੁਸੀਂ ਕਿਹਾ ਨਹੀਂ ਡਾਕਟਰ ਸਾਹਿਬ ਮੈਂ ਸਰਜਰੀ ਨਹੀਂ ਕਰਾ ਸਕਦਾ, ਮੇਰੇ ਕੋਲ ਪੈਸੇ ਨਹੀਂ ਹੈਗੇ। ਉਹ ਕਹੂਗਾ ਤੁਹਾਡੀ ਮਰਜ਼ੀ ਹੈ। ਹੁਣ ਇੱਕ ਗਲਤੀ ਤੁਸੀਂ ਕਰਨ ਲੱਗੇ ਹੋ। ਹੁਣ ਡਾਕਟਰ ਨੂੰ ਇਹ ਵੀ ਪੁੱਛੋ ਵੀ ਜੇ ਮੈਂ ਸਰਜਰੀ ਨਹੀਂ ਕਰਾਉਂਦਾ, ਮੈਂ ਇਹਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ, ਤੇ ਫਿਰ ਕੀ ਹੋਏਗਾ? ਉਹ ਦੱਸੇਗਾ ਵੀ 6 ਮਹੀਨਿਆਂ 'ਚ ਤੇਰਾ ਭੋਗ ਪੈ ਜਾਏਗਾ। ਉਹ ਗੱਲ ਤੇ ਤੁਸੀਂ ਪੁੱਛੀ ਨਹੀਂ। ਇਹ ਗੱਲ ਤੁਸੀਂ ਨਹੀਂ ਪੁੱਛੀ। ਤੁਸੀਂ ਤਾਂ ਇੱਕ ਹੀ ਪੁੱਛਿਆ ਨਾ ਵੀ ਡਾਕਟਰ ਨੇ 20 ਲੱਖ ਦਾ ਲਾਲਚ ਕਰ ਲਿਆ, ਉਹ ਕਹਿੰਦਾ ਜੀ ਆਪਰੇਸ਼ਨ ਕਰਾਓ, ਮੇਰੇ ਕੋਲ ਪੈਸੇ ਹੈ ਨਹੀਂ ਸੀ, ਮੈਂ ਮਨਾ ਕਰ ਦਿੱਤਾ। ਦੂਸਰਾ ਪੱਖ ਕੀ ਇਸ ਇੰਨੀ ਗੱਲ ਕਹਿਣ ਨਾਲ ਬਿਮਾਰੀ ਹਟ ਜਾਏਗੀ? ਅਗਰ ਗੱਲ ਸਰਜਰੀ ਤੱਕ ਚਲੀ ਗਈ ਹੈ ਤੇ ਇਹਦਾ ਅਰਥ ਹੈ ਬਿਮਾਰੀ ਡੇਂਜਰਸ ਹੈ, ਫਿਰ ਤਾਂ ਮੌਤ ਨਿਸ਼ਚਿਤ ਹੈ। ਹੁਣ ਤੁਸੀਂ ਕੀ ਚਾਹੁੰਦੇ ਹੋ? ਮਰਨਾ ਚਾਹੁੰਦੇ ਹੋ ਜਾਂ 20 ਲੱਖ ਵਿੱਚ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ? ਇਹ ਫੈਸਲਾ ਤੁਸੀਂ ਕਰਨਾ ਹੈ। ਗੁਰੂ ਜੀ ਨੇ ਘੋੜੇ ਦੀ ਉਦਾਹਰਣ ਦੇ ਕੇ ਸਮਝਾਇਆ ਕਿ ਇਹ ਮਨ ਜਿਹੜਾ ਹੈ, ਮਨ ਪੰਖੀ ਭਇਓ ਉੱਡ ਉੱਡ ਦੈ ਦਿਸ਼ ਜਾਏ। ਕੋਈ ਦੁਨੀਆ ਦਾ ਵੱਡੇ ਤੋਂ ਵੱਡਾ ਬੰਦਾ ਕਵੇ ਨਹੀਂ ਜੀ ਮੇਰਾ ਮਨ ਤੇ ਕਾਬੂ 'ਚ ਹੈ, ਸਮਝ ਲੈਣਾ ਝੂਠ ਬੋਲਦਾ ਹੈ। ਮਨ ਕਿਸੇ ਦਾ ਵੀ ਕਾਬੂ ਵਿੱਚ ਨਹੀਂ ਹੈ, ਤੇ ਜਿਹਦਾ ਕਾਬੂ ਵਿੱਚ ਹੈ ਉਹ ਫਿਰ ਮਨੁੱਖ ਨਹੀਂ ਹੈ, ਉਹ ਮਨੁੱਖ ਨਹੀਂ ਹੈ। ਜਿੰਨਾ ਚਿਰ ਮਨੁੱਖੀ ਸਤਾ ਤੇ ਅਸੀਂ ਜਿਉਂਦੇ ਆ, ਦੁੱਖ ਤੇ ਸੁੱਖ ਇਹ ਦੋ ਕੱਪੜੇ ਨੇ, ਹਰ ਬੰਦਾ ਪਾ ਕੇ ਚੱਲੇਗਾ। ਮਨ ਵੀ ਭਟਕੇਗਾ। ਇਹ ਸਾਰੀਆਂ ਮਨੁੱਖੀ ਅਲਾਮਤਾਂ ਸਾਡੇ ਸਰੀਰ ਵਿੱਚ ਆਉਣਗੀਆਂ। ਮਨੁੱਖੀ ਵਕਾਰ ਵੀ ਸਾਨੂੰ ਘੇਰਨਗੇ। ਹੁਣ ਤੁਸੀਂ ਮਨੁੱਖੀ ਸਰੀਰ ਵਿੱਚੋਂ ਕਥਾ ਸੁਣਨੀ ਹੈ ਤੇ ਹੁਣ ਸੁਣਨਾ। ਇਤਿਹਾਸ ਇਹ ਕਹਿੰਦਾ ਹੈ ਕਿ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਸੋਹਣੇ ਸਨ। ਇੱਕ ਬੀਬੀ ਨੇ, ਅਨੂਪ ਕੌਰ ਉਹਦਾ ਇਤਿਹਾਸ ਵਿੱਚ ਨਾਂ ਆਉਂਦਾ ਹੈ, ਕਿ ਉਹਨੇ ਆਪਣੇ ਘਰ ਬੁਲਾਇਆ, ਪ੍ਰਸ਼ਾਦਾ ਪਾਣੀ ਛਕਾਇਆ। ਹੁਣ ਸੁਣੀ ਜਾਣਾ। ਤੇ ਕੀ ਕਹਿੰਦੀ ਹੈ? ਕਹਿੰਦੀ ਜੀ ਮੈਂ ਚਾਹੁੰਦੀ ਹਾਂ ਮੇਰੀ ਕੁੱਖ ਤੋਂ ਤੁਹਾਡੇ ਵਰਗਾ ਸੁੰਦਰ ਬਾਲਕ ਜਨਮ ਲਵੇ। ਹੁਣ ਦੱਸੋ ਕਿੱਡੀ ਵੱਡੀ ਬੁਰਾਈ ਉਸ ਔਰਤ ਦੇ ਮਨ ਵਿੱਚ ਆਈ ਹੈ। ਜੇ ਤੁਸੀਂ ਸੋਹਣੇ ਹੋ ਤਾਂ ਤੁਹਾਨੂੰ ਲੋਕ ਇੱਦਾਂ ਦੀਆਂ ਗੱਲਾਂ ਕਰਨਗੇ। ਕੋਈ ਭੈਣ ਸੋਹਣੀ ਹੋਏਗੀ ਤੇ ਉਹਨੂੰ ਕੋਈ ਬੰਦਾ ਇਸ ਤਰ੍ਹਾਂ ਦੇ ਸ਼ਬਦ ਬੋਲੇਗਾ। ਵੀਰ ਸੋਹਣਾ ਹੋਏਗਾ, ਹੋ ਸਕਦਾ ਕੋਈ ਧੀ ਭੈਣ ਬੱਚੀ ਵੀ ਇਹ ਕਵੇ ਕਿ ਮੈਨੂੰ ਜੀ ਤੁਸੀਂ ਬੜੇ ਸੋਹਣੇ ਲੱਗਦੇ ਹੋ। ਇਹ ਸੁਭਾਵਕ ਹੈ। ਕਈ ਲੋਕ ਨਾ ਉਦਾਂ ਹੀ ਕਰੈਕਟਰ ਦਾ ਦਾਅਵਾ ਕਰਦੇ ਫਿਰਦੇ ਨੇ। ਨਹੀਂ, ਜਦੋਂ ਤੁਸੀਂ ਦੁਨੀਆ ਦੀ ਸਤ੍ਹਾ ਤੇ ਤੁਰਨਾ ਹੈ ਤੇ ਤੁਹਾਨੂੰ ਇਹਨਾਂ ਗੱਲਾਂ ਤੋਂ ਸੁਚੇਤ ਹੋਣਾ ਪਵੇਗਾ। ਵੇਖੋ ਗੁਰੂ ਗੋਬਿੰਦ ਸਿੰਘ ਨਾਲੋਂ ਵੱਡੇ ਤਾਂ ਤੁਸੀਂ ਨਹੀਂ ਹੋ ਸਕਦੇ। ਉਹਨਾਂ ਨੂੰ ਕਹਿਤਾ ਕਿਸੇ ਔਰਤ ਨੇ, ਕਹਿਣ ਲੱਗੀ ਜੀ ਮੈਂ ਚਾਹੁੰਦੀ ਹਾਂ ਮੇਰੀ ਕੁੱਖ ਤੋਂ ਤੁਹਾਡੇ ਵਰਗਾ ਸੋਹਣਾ ਬੱਚਾ ਜਨਮ ਲਵੇ। ਯੋਧਾ ਵੀ ਹੋਵੇ, ਸੂਰਬੀਰ ਵੀ ਹੋਵੇ, ਸੋਹਣਾ ਵੀ ਹੋਵੇ, ਉਹਦੀ ਮਾਣ ਪ੍ਰਤਿਸ਼ਠਾ ਵੀ ਹੋਵੇ। ਤੇ ਹੁਣ ਉੱਥੇ ਕੀ ਹੋਣਾ ਚਾਹੀਦਾ ਹੈ? ਗੁਰੂ ਕਲਗੀਧਰ ਪਿਤਾ ਕਹਿੰਦੇ ਕਿ ਬੀਬਾ ਤੂੰ ਮੇਰੇ ਵਰਗਾ ਪੁੱਤਰ ਚਾਹੁੰਦੀ ਹੈ। ਉਹਨੇ ਸੋਚਿਆ ਵੀ ਗੱਲ ਬਣ ਗਈ, ਵੀ ਮੇਰੇ ਮਨ ਵਿੱਚ ਜੋ ਗੱਲ ਹੈ ਉਹ ਇਹਨਾਂ ਨੇ ਮੰਨ ਲੈਣੀ ਹੈ ਮੇਰੀ। ਕਹਿਣ ਲੱਗੀ ਹਾਂ। ਪਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ? ਕਹਿਣ ਲੱਗੇ ਮੈਂ ਹੀ ਤੁਹਾਨੂੰ ਮਾਂ ਕਹਿ ਦਿੰਦਾ, ਤੁਸੀਂ ਮੈਨੂੰ ਆਪਣਾ ਪੁੱਤ ਸਮਝ ਲਓ। ਮੈਂ ਤੁਹਾਨੂੰ ਮਾਂ ਕਹਿ ਦਿੰਦਾ ਤੇ ਅੱਜ ਤੋਂ ਬਾਅਦ ਤੁਸੀਂ ਮੈਨੂੰ ਆਪਣਾ ਪੁੱਤਰ ਮੰਨ ਲਓ, ਗੱਲ ਖਤਮ ਹੋ ਗਈ। ਵੇਖੋ ਤੁਸੀਂ ਧਰਤੀ ਤੇ ਤੁਰੋਗੇ ਤੇ ਵਿਸ਼ੇ ਵਕਾਰਾਂ ਨੇ ਤੁਹਾਡਾ ਰਸਤਾ ਰੋਕਣਾ ਹੀ ਰੋਕਣਾ ਹੈ। ਜੇ ਲਕਸ਼ਮਣ ਨੇ ਰਾਵਣ ਦੀ ਭੈਣ ਦਾ ਨੱਕ ਕੱਟਿਆ ਤੇ ਤੁਸੀਂ ਕੀ ਸੋਚਦੇ ਵੀ ਉਹ ਉਹਦੀ ਭੈਣ ਨੂੰ ਲਾਈਕ ਕਰਦਾ ਸੀ? ਨਾ,
ਉਹਦੀ ਭੈਣ ਨੇ ਲਾਈਕ ਕੀਤਾ ਉਸ ਨੂੰ, ਉਹਨੇ ਉਹਦਾ ਨੱਕ ਕੱਟ ਦਿੱਤਾ। ਇਹ ਗੱਲਾਂ ਸਮਾਜ ਦਾ ਇੱਕ ਹਿੱਸਾ ਨੇ, ਤੁਹਾਡੀ ਜ਼ਿੰਦਗੀ ਦਾ ਵੀ ਹਿੱਸਾ ਨੇ। ਧਰਮ ਦੀ ਦੁਨੀਆ ਦੇ ਵਿੱਚ ਇਹ ਗੱਲਾਂ ਬਹੁਤ ਦ੍ਰਿੜਤਾ ਨਾਲ ਸਮਝਾਈਆਂ ਗਈਆਂ ਨੇ। ਜਿਹੜੀ ਘੋੜੇ ਦੀ ਉਦਾਹਰਨ ਦਿੱਤੀ ਹੈ ਬੜੀ ਖੂਬਸੂਰਤ ਹੈ, ਵੀ ਘੋੜੇ ਨੂੰ ਪੇਟ ਦਾ ਰੋਗ ਹੋਣਾ ਹੀ ਹੋਣਾ ਹੈ। ਬੰਦਿਆ ਤੈਨੂੰ ਵਿਸ਼ੇ ਵਿਕਾਰਾਂ ਨੇ ਘੇਰਨਾ ਹੀ ਘੇਰਨਾ ਹੈ। ਇਹਨਾਂ 3 ਸਿੱਖਾਂ ਨੂੰ ਸਮਝ ਆ ਗਈ ਭਗਤੀ ਦੀ। ਇੱਥੋਂ ਹੀ ਅੱਜ ਦੀ ਕਥਾ ਆਰੰਭ ਹੈ। ਹਾਂਜੀ। ਸੁਣ ਕਹਿ ਸ਼੍ਰੀ ਨਾਨਕ ਕੇ ਬਚਨਾ, ਇਹ ਤੀਨੋ ਕੀਨੋ ਮਨ ਖਚਣਾ। ਤਿੰਨਾਂ ਨੇ ਗੁਰੂ ਦੇ ਬਚਨ ਸੁਣੇ, ਤਿੰਨਾਂ ਨੂੰ ਗੁਰੂ ਦੇ ਬਚਨਾਂ ਦੀ ਸਮਝ ਆਈ, ਤਿੰਨਾਂ ਨੇ ਗੁਰੂ ਦੇ ਬਚਨਾਂ ਦੀ ਕਮਾਈ ਸ਼ੁਰੂ ਕਰ ਦਿੱਤੀ। ਵੇਖੋ ਬੱਸ ਦੇ ਵਿੱਚ ਵੀ ਗੋਲੀਆਂ ਤੇ ਪੈਨ ਤੇ ਸੁਰਮਾ ਵੇਚਣ ਵਾਲਾ ਬੰਦਾ ਬੜਾ ਪ੍ਰਚਾਰ ਕਰਦਾ। ਸਾਰੀ ਦੁਨੀਆ ਕੋਈ ਨਹੀਂ ਖਰੀਦੀ, ਮਤ ਸੋਚਣਾ। ਹੁਣ ਕਈ ਮੈਨੂੰ ਵੀ ਕਹਿੰਦੇ ਗਿਆਨੀ ਜੀ ਤੁਸੀਂ ਰੋਜ਼ ਹੀ ਬੋਲਦੇ, ਤੁਹਾਡੀ ਕਿਹੜਾ ਲੋਕ ਮੰਨਦੇ ਨੇ। ਤੇ ਮੈਂ ਕਿਹਾ ਮੈਨੂੰ ਸੋਚਣਾ ਵੀ ਕਿਉਂ ਚਾਹੀਦਾ ਕਿ ਦੁਨੀਆ ਮੇਰੀ ਮੰਨੇ। ਮੈਂ ਜਿਸ ਗੁਰੂ ਦਾ ਚੌਂਕੀਦਾਰ ਹਾਂ, ਉਸ ਮੇਰੇ ਗੁਰੂ ਨੇ ਕਦੋਂ ਕਿਹਾ ਦੁਨੀਆ ਨੂੰ? ਕਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਭਾਈ ਤੈਨੂੰ ਮੇਰੀ ਗੱਲ ਮੰਨਣੀ ਪਏਗੀ? ਨਹੀਂ, ਮਰਦਾਨੇ ਨੂੰ ਕਿਹਾ, ਮਰਦਾਨਿਆ ਜੇ ਤੂੰ ਅਸਾਂ ਦੀ ਸੰਗਤ ਕਰਨੀ ਹੈ ਫੈਸਲਾ ਤੇਰਾ ਹੈ। ਅਕਬਰ ਨੂੰ ਗੁਰੂ ਅਮਰਦਾਸ ਨੇ ਕਿਹਾ ਵੀ ਜੇ ਤੂੰ ਸਾਡੀ ਸੰਗਤ ਕਰਨੀ ਹੈ ਫਿਰ ਤੈਨੂੰ ਪੰਗਤ ਕਰਨੀ ਹੋਏਗੀ, ਨਹੀਂ ਪੰਗਤ ਕਰਨੀ ਜ਼ਰੂਰੀ ਨਹੀਂ ਹੈ, ਤੇਰੀ ਮਰਜ਼ੀ ਹੈ। ਪਰ ਜੇ ਸਾਡੇ ਦਰਸ਼ਨ ਕਰਨੇ ਨੇ ਤੇ ਪੰਗਤ ਵਿੱਚ ਫਿਰ ਲੰਗਰ ਜ਼ਰੂਰ ਛਕਣਾ ਪਏਗਾ। ਤੂੰ ਸਾਡੇ ਦਰਸ਼ਨ ਨਹੀਂ ਕਰਨਾ ਚਾਹੁੰਦਾ ਤੇ ਫਿਰ ਲੰਗਰ ਦੀ ਵੀ ਕੋਈ ਲੋੜ ਨਹੀਂ। ਗੁਰੂ ਨੇ ਕਿਹਾ ਵੀ ਜਿਹਨੇ ਮੇਰਾ ਸਿੱਖ ਬਣਨਾ ਉਹਨੂੰ ਚਰਨ ਪੌੜ ਲੈਣੀ ਜ਼ਰੂਰੀ ਹੈ। ਜਿਹੜਾ ਕਵੇ ਜੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਆ ਤੇ ਫਿਰ ਕਵੇ ਜੀ ਮੈਂ ਖੰਡੇ ਬਾਟੇ ਦੀ ਪੌੜ ਵੀ ਨਹੀਂ ਲੈਣੀ, ਦੋ ਗੱਲਾਂ ਨਹੀਂ ਹੋਣੀਆਂ। ਜਦ ਤੂੰ ਕੱਚਾ ਪਿੱਲਾ ਤੁਰਿਆ ਫਿਰ ਕੀ ਫਰਕ ਪੈਂਦਾ? ਪਰ ਜੇ ਗੁਰੂ ਦਾ ਸਿੰਘ ਖਵਾਉਣਾ ਹੈ ਫਿਰ ਤੈਨੂੰ ਅੰਮ੍ਰਿਤ ਛਕਣਾ ਹੋਏਗਾ। ਇਹ ਫੈਸਲਾ ਤੁਸੀਂ ਕਰਨਾ ਹੈ। ਗੁਰੂ ਦੇ ਬਚਨ ਸੁਣੇ, ਤਿੰਨਾਂ ਸਿੱਖਾਂ ਨੇ ਬਚਨ ਕਮਾਉਣੇ ਸ਼ੁਰੂ ਕਰ ਦਿੱਤੇ। ਹਾਂਜੀ। ਜਹ ਸਤ ਸੰਗਤ ਸੁਣੈ ਸਿਧਾਵੈ, ਸੇਵਾ ਕਰੈ ਸ਼ਬਦ ਮੁਖ ਗਾਵੈ। ਜਿੱਥੇ ਸਤ ਸੰਗਤ ਹੁੰਦੀ ਹੈ ਇਹ ਤਿੰਨੋਂ ਦੌੜ ਕੇ ਉੱਥੇ ਜਾਂਦੇ ਨੇ। ਫਿਰ ਕੀ ਕਰਦੇ ਨੇ? ਸੇਵਾ ਕਰਦੇ ਨੇ। ਫਿਰ ਕੀ ਕਰਦੇ ਨੇ? ਬਾਣੀ ਪੜ੍ਹਦੇ ਨੇ। ਇਹ ਦੋ ਗੱਲਾਂ ਦਾ ਧਿਆਨ ਰੱਖਣਾ। ਅਮੂਮਨ ਤੁਸੀਂ ਵੇਖਿਆ ਹੋਏਗਾ ਬੰਦੇ ਸੇਵਾ ਉੱਥੇ ਕਰਦੇ ਨੇ ਜਿੱਥੇ ਥੋੜ੍ਹੀ ਜਿਹੀ ਚੁਟਕਲੇਬਾਜ਼ੀ ਵੀ ਚੱਲਦੀ ਰਹੇ। ਔਰ ਸੁਣਾ ਕੀ ਹਾਲ ਹੈ, ਉੱਥੇ ਫਿਰ ਘੰਟੇ ਸੇਵਾ ਕਰਦੇ ਰਹਿਣਗੇ। ਤੇ ਜਿੱਥੇ ਇੱਕ ਅੱਧੀ ਮਾਈ ਆ ਜਾਵੇ ਨਾ ਵੀ ਬੋਲੋ ਜੀ ਸਤਨਾਮ ਵਾਹਿਗੁਰੂ, ਮੇਰੇ ਵਰਗੇ ਖਿਸਕ ਜਾਂਦੇ ਨੇ ਵੀ ਇਹਨੇ ਤੇ ਫੋਨ ਵੀ ਨਹੀਂ ਸੁਣ ਦੇਣਾ। ਉੱਥੇ ਨਹੀਂ ਫਿਰ ਬੰਦੇ ਸੇਵਾ ਕਰਦੇ। ਧਰਮ ਦਾ ਇਹ ਪਾਠ ਹੈ, ਜਿੰਨਾ ਚਿਰ ਸੇਵਾ ਕਰਨੀ ਉਹਨਾਂ ਚਿਰ ਸਿਮਰਨ ਵੀ ਕਰੋ। ਇਹ ਨਹੀਂ ਨਾ ਵੀ ਲੰਗਰ ਵੀ ਪਕਾਈ ਜਾਓ ਤੇ ਨਾਲ ਨਾਲ ਬੁਰਾ ਭਲਾ ਵੀ ਬੋਲੀ ਜਾਓ, ਉਹ ਨਹੀਂ ਹੋਣਾ। ਹੁਣ ਤੁਸੀਂ ਕਹੋਗੇ ਅੱਜ ਕੱਲ੍ਹ ਨਹੀਂ, ਅੱਜ ਕੱਲ੍ਹ ਦਾ ਤੇ ਮੈਨੂੰ ਪਤਾ ਨਹੀਂ, ਪਰ ਅੱਜ ਕੱਲ੍ਹ ਤੋਂ 30-35 ਸਾਲ ਪਹਿਲਾਂ ਜਿੱਥੇ ਮਾਈਆਂ ਲੋਹ ਤੇ ਰੋਟੀ ਪਕਾਉਂਦੀਆਂ ਸੀ ਉਹ ਸ਼ਬਦ ਪੜ੍ਹਦੀਆਂ ਹੁੰਦੀਆਂ ਸੀ। ਅਜੇ ਵੀ ਹਜੂਰ ਸਾਹਿਬ ਟਰੱਕ ਜਾਂਦੇ ਨੇ, ਪਰ ਅੱਜ ਤੋਂ 30-35-40 ਸਾਲ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਜਿਹੜਾ ਟਰੱਕ ਲੈਂਦਾ ਸੀ ਨਾ ਉਹ ਹਜੂਰ ਸਾਹਿਬ ਨਾ ਜਾਵੇ, ਪਟਨਾ ਸਾਹਿਬ ਜਾਵੇ, ਪਟਨਾ ਸਾਹਿਬ ਨਾ ਜਾਵੇ, ਅਨੰਦਪੁਰ ਸਾਹਿਬ ਜਾਵੇ। ਮੈਂ ਤਾਂ ਇੱਥੋਂ ਤੱਕ ਵੇਖਿਆ ਟਰੈਕਟਰ ਟਰਾਲੀ ਲੈਣ ਵਾਲੇ ਵੀ ਸੁੱਖ ਲੈਂਦੇ ਸੀ ਵੀ ਹੋਰ ਨਹੀਂ ਤੇ ਮੁਕਤਸਰ ਸਾਹਿਬ ਮੱਸਿਆ 'ਤੇ ਹੀ ਜਾਵਾਂਗੇ। ਪਰ ਗੱਲਾਂ ਕਰਦਾ ਕੋਈ ਨਹੀਂ ਸੀ ਜਾਂਦਾ ਹੁੰਦਾ। ਤੇ ਸ਼ਰਤ ਇੱਕੋ ਹੀ ਹੁੰਦੀ ਸੀ ਵੀ ਭਾਈ ਜੇ ਸਾਡੇ ਨਾਲ ਜਾਣਾ ਤੇ ਸਾਰੇ ਰਾਹ ਬਾਣੀ ਪੜ੍ਹਨੀ ਪੈਣੀ ਹੈ। ਵੇਖੋ ਯਾਤਰਾ ਦਾ ਤੇ ਇਹੀ ਅਰਥ ਹੈ, ਪਰ ਹੁਣ ਯਾਤਰਾ ਦਾ ਅਰਥ ਹੈ ਵੀ ਯਾਤਰਾ ਵਾਲੀ ਬੱਸ ਤੇ ਡੱਬੀ ਤਾਸ਼ ਵਾਲੀ। ਹੁਣ ਦੋ ਗੱਲਾਂ ਬਣ ਗਈਆਂ ਕਿਵੇਂ? ਪੱਤੇ ਤੇ ਪੱਤਾ ਮਾਰਦੇ ਕਿਹੜੀ ਯਾਤਰਾ ਕਰੋਗੇ ਤੁਸੀਂ?
ਪੱਤੇ ਸੁੱਟਣੇ ਜੁਆਰੀਆਂ ਦਾ ਕੰਮ ਹੈ, ਯਾਤਰੀਆਂ ਦਾ ਕੰਮ ਇਹ ਨਹੀਂ ਹੈ। ਜਿਹੜੇ ਰੱਬ ਦੇ ਘਰ ਦੇ ਯਾਤਰੂ ਨੇ ਉੱਥੇ ਤਾਂ ਭਾਈ ਫਿਰ ਤੁਹਾਨੂੰ ਬਾਣੀ ਪੜ੍ਹਦੇ ਜਾਣਾ ਪਏਗਾ। ਇਹ ਤਿੰਨੋਂ ਸਿੱਖ ਜਿੱਥੇ ਸੰਗਤ ਹੁੰਦੀ ਉੱਥੇ ਜਾਂਦੇ ਨੇ, ਜਾ ਕੇ ਸੇਵਾ ਕਰਦੇ ਨੇ ਤੇ ਬਾਣੀ ਪੜ੍ਹਦੇ ਨੇ। ਹੁਣ ਤੁਸੀਂ ਇਹ ਵੀ ਸੋਚਿਆ ਹੋਣਾ ਕਿ ਬਾਣੀ ਪੜ੍ਹਦਿਆਂ ਸੇਵਾ ਕਿਵੇਂ ਹੋ ਸਕਦੀ ਹੈ? ਸੇਵਾ ਹੱਥਾਂ ਨਾਲ ਹੁੰਦੀ ਹੈ, ਬਾਣੀ ਮੂੰਹ ਨਾਲ ਪੜ੍ਹੀ ਦੀ ਹੈ। ਇਹ ਤਾਂ ਦੋਵੇਂ ਗੱਲਾਂ ਹੀ ਵੱਖਰੀਆਂ ਵੱਖਰੀਆਂ ਨੇ। ਇਹ ਦੋਨੋਂ ਹੀ ਗੱਲਾਂ ਵੱਖਰੀਆਂ ਨੇ। ਹੱਥਾਂ ਨਾਲ ਨਾਮ ਨਹੀਂ ਜਪਿਆ ਜਾ ਸਕਦਾ ਤੇ ਮੂੰਹ ਨਾਲ ਸੇਵਾ ਨਹੀਂ, ਮੂੰਹ ਨਾਲ ਗੱਲਾਂ ਹੀ ਹੋ ਸਕਦੀਆਂ ਨੇ। ਮੇਰੇ ਵਾਂਗੂ ਇੱਥੇ ਬਹਿ ਕੇ ਜਿੰਨੀਆਂ ਮਰਜ਼ੀ ਕਰ ਲਿਆ ਕਰੋ। ਜਦੋਂ ਸੇਵਾ ਕਰੋਗੇ ਫਿਰ ਹੱਥਾਂ ਨਾਲ ਹੀ ਕਰੋਗੇ ਤੁਸੀਂ। ਹਾਂਜੀ। ਇਸ ਬਿਦ ਕੀਨ ਸ਼ਬਦ ਅਭਿਆਸਾ, ਨਿਜ ਸਰੂਪ ਭਾ ਗਿਆਨ ਪ੍ਰਕਾਸ਼ਾ। ਇੰਜ ਉਹਨਾਂ ਤਿੰਨਾਂ ਨੇ ਨਿਜ ਅਭਿਆਸ ਕੀਤਾ, ਉਹਨਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਇਆ। ਸ਼ਬਦ ਆਪਣੇ ਆਪ ਦੇ ਵਿੱਚ ਇੱਕ ਗਿਆਨ ਹੈ। ਹੁਣ ਤੁਸੀਂ ਕਹੋਗੇ ਜੀ ਨਹੀਂ, ਤਾਂ ਮੈਂ ਕਹਾਂਗਾ ਹਾਂ। ਜਦੋਂ ਤੁਸੀਂ ਨੈਵੀਗੇਸ਼ਨ ਖੋਲ੍ਹਦੇ ਹੋ ਆਪਣੇ ਮੋਬਾਈਲ ਦਾ, ਅੱਜ ਕੱਲ੍ਹ ਗੱਡੀਆਂ 'ਚ ਵੀ ਆ ਗਿਆ, ਹੁਣ ਤੁਸੀਂ ਕਿਹਨੂੰ ਫਾਲੋ ਕਰਦੇ ਹੋ? ਤੁਸੀਂ ਸੜਕ ਤੇ ਜਾ ਰਹੇ ਹੋ, ਤੁਸੀਂ ਕਿਹਨੂੰ ਫਾਲੋ ਕਰਦੇ ਹੋ? ਸਾਈਨ ਬੋਰਡ, ਸਾਈਨ ਬੋਰਡ ਤੇ ਕੀ ਲਿਖਿਆ ਹੈ? ਸ਼ਬਦ। ਨੈਵੀਗੇਸ਼ਨ 'ਚ ਕੀ ਲਿਖਿਆ ਹੈ? ਸ਼ਬਦ। ਉਹ ਜਿਹੜਾ ਕੰਪਿਊਟਰ ਬੋਲਦਾ ਉਹ ਕੀ ਹੈ? ਉਹ ਵੀ ਸ਼ਬਦ। ਹਰ ਜਗ੍ਹਾ ਤੇ ਉਹ ਤੀਰਾਂ ਦੇ ਨਿਸ਼ਾਨ, ਐਰੋ ਤਾਂ ਨਹੀਂ ਬਣੇ ਹੋਏ ਨਾ। ਜਿੱਥੇ ਐਰੋ ਦਾ ਨਿਸ਼ਾਨ ਬਣਿਆ ਉੱਥੇ ਵੀ ਕੋਈ ਨਾ ਕੋਈ ਸ਼ਬਦ ਲਿਖਿਆ ਹੋਇਆ। ਹੁਣ ਇਹ ਗੱਲ ਸਮਝ ਲਓ ਕਿ ਸ਼ਬਦ ਹੀ ਗਿਆਨ ਹੈ। ਤੁਸੀਂ 7 ਸਮੁੰਦਰ ਪਾਰ ਬੱਚੇ ਭੇਜੇ ਨੇ ਸਿਰਫ ਸ਼ਬਦ ਵਾਸਤੇ। ਕਿਹੜੀ ਯੂਨੀਵਰਸਿਟੀ, ਕਿਹੜਾ ਦੁਨੀਆ ਦਾ ਕਾਲਜ ਹੈ ਜਿਹੜਾ ਕੁਛ ਹੋਰ ਕਰਦਾ ਹੈ? ਉੱਥੇ ਜਾ ਕੇ ਬੱਚੇ ਤੁਹਾਡੇ ਫਿਰ ਪੜ੍ਹਦੇ ਨੇ ਤੇ ਉਹ ਕੀ ਨੇ? ਉਹ ਤਾਂ ਅੱਖਰ ਹੀ ਨੇ। ਅਸਲ 'ਚ ਗਿਆਨ ਹੈ ਹੀ ਅੱਖਰਾਂ ਵਿੱਚ ਹੈ। ਜਦੋਂ ਗੁਰੂ ਦੀ ਬਾਣੀ ਦੀ ਗੱਲ ਆਉਂਦੀ ਉਦੋਂ ਅਸੀਂ ਕਮਲੇ ਰਮਲੇ ਹੋ ਜਾਂਦੇ ਹਾਂ। ਉਦੋਂ ਨਹੀਂ ਸੋਚਦੇ ਵੀ ਇਹਦੇ 'ਚ ਗਿਆਨ ਹੈਗਾ ਤੇ ਇਹਨੂੰ ਸਾਨੂੰ ਪੜ੍ਹਨਾ ਚਾਹੀਦਾ ਹੈ। ਨਹੀਂ, ਦੂਜੀ ਦੀ ਪੜ੍ਹਾਈ 'ਚ ਵੀ ਜ਼ਰੂਰੀ ਹੈ, ਤੀਜੀ ਦੀ ਵੀ ਜ਼ਰੂਰੀ, ਚੌਥੀ ਪੰਜਵੀਂ ਦੀ ਵੀ ਜ਼ਰੂਰੀ ਹੈ, ਗ੍ਰੈਜੂਏਸ਼ਨ ਵੀ ਜ਼ਰੂਰੀ ਹੈ, ਪੋਸਟ ਗ੍ਰੈਜੂਏਸ਼ਨ ਵੀ ਜ਼ਰੂਰੀ ਹੈ, ਮਾਸਟਰ ਵੀ ਜ਼ਰੂਰੀ ਹੈ। ਜੇ ਉਹਦੇ 'ਚ ਗਿਆਨ ਹੈ ਤੇ ਗੁਰਬਾਣੀ 'ਚ ਗਿਆਨ ਨਹੀਂ ਹੈਗਾ। ਗਿਆਨ ਸ਼ਬਦ ਵਿੱਚ ਹੈ। ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾਨ। ਅਨਪੜ੍ਹ ਹੀ ਕਮਲਾ ਹੁੰਦਾ, ਪੜ੍ਹਿਆ ਲਿਖਿਆ ਕਮਲਾ ਨਹੀਂ ਹੁੰਦਾ। ਪੜ੍ਹਿਆ ਲਿਖਿਆ ਤੇ ਮੂਰਖ ਹੋ ਸਕਦਾ ਹੈ, ਕਮਲਾ ਨਹੀਂ ਹੁੰਦਾ। ਵੇਖੋ, ਤੁਸੀਂ ਬੈਠਣਾ ਸ਼ੁਰੂ ਕਰੋ। ਮੈਂ ਬੈਠਾ ਬੈਠਾ ਸੋਚ ਰਿਹਾ ਸੀ, ਆਪਾਂ ਕਹਿ ਦਿੰਦੇ ਵੀ ਤੇਰੇ ਤੋਂ ਗਲਤੀ ਹੋਈ ਹੈ। ਭੁੱਲ ਔਰ ਗਲਤੀ 'ਚ ਫਰਕ ਹੈ। ਭੁੱਲ ਹੁੰਦੀ ਕੋਈ ਚੀਜ਼ ਮਿਸ ਕਰ ਜਾਣੀ, ਇਹ ਭੁੱਲ ਹੈ। ਗਲਤੀ ਹੁੰਦੀ ਕੁਛ ਉਲਟਾ ਕਰ ਜਾਣਾ। ਚਾਹ ਦੀ ਜਗ੍ਹਾ ਪਾਣੀ ਪਾ ਦਿਓਗੇ, ਇਹ ਤੁਹਾਡੀ ਗਲਤੀ ਹੈ। ਤੁਸੀਂ ਕੱਪ 'ਚ ਚਾਹ ਨਹੀਂ ਪਾ ਸਕੇ, ਇਹ ਤੁਹਾਡੀ ਭੁੱਲ ਹੈ ਕਿ ਤੁਸੀਂ ਕੱਪ ਉੱਦਾਂ ਹੀ ਫੜ ਕੇ ਲੈ ਆਏ, ਚਾਹ ਤੇ ਹੈ ਹੀ ਨਹੀਂ ਉਹਦੇ 'ਚ, ਇਹ ਭੁੱਲ ਹੋ ਗਈ। ਮੈਂ ਤੁਹਾਨੂੰ ਪੈਸੇ ਦੇਣ ਗਿਆ, ਗੱਲਾਂ ਗੁੱਲਾਂ ਕਰਕੇ ਚਾਹ ਪੀ ਕੇ ਮੁੜ ਆਇਆ, ਇਹ ਭੁੱਲ ਗਿਆ ਵੀ ਪੈਸੇ ਤੇ ਮੈਂ ਦਿੱਤੇ ਹੀ ਨਹੀਂ। ਪਰ ਪੈਸੇ ਦੇਣ ਗਿਆ ਮੈਂ ਤੁਹਾਨੂੰ 50,000 ਤੇ ਵਿੱਚੋਂ 4 ਨੋਟ ਕੱਢ ਲਏ, ਉਹ ਮੇਰੀ ਭੁੱਲ ਨਹੀਂ, ਉਹ ਮੇਰੀ ਗਲਤੀ ਹੈ, ਕਿਉਂਕਿ ਉਹਦੇ 'ਚੋਂ ਮੈਂ ਪੈਸੇ ਚੋਰੀ ਕੀਤੇ ਨੇ। ਪਰ ਮੈਂ ਤੁਹਾਨੂੰ 50,000 ਦੇਣ ਗਿਆ, ਮੈਂ ਤੁਹਾਨੂੰ ਗੱਟੀ ਦਿੱਤੀ ਹੈ, ਤੁਸੀਂ ਰੱਖ ਲਈ ਹੈ। ਤੁਹਾਡਾ ਮਗਰੋਂ ਫੋਨ ਆਇਆ, ਵੀਰ ਜੀ ਉਹਦੇ 'ਚ ਇੱਕ ਨੋਟ ਘੱਟ ਹੈ। ਤੁਸੀਂ ਕੀ ਕਿਹਾ? ਕੋਈ ਗੱਲ ਨਹੀਂ ਜੀ, ਗਿਣਨ ਵਿੱਚ ਭੁੱਲ ਹੋ ਗਈ ਹੋਏਗੀ। ਗਲਤੀ ਤਾਂ ਸੀ ਜੇ ਉਹਦੇ 'ਚੋਂ ਕੱਢੇ ਹੁੰਦੇ ਤਾਂ। ਭੁੱਲ ਇਸ ਕਰਕੇ ਹੈ ਵੀ ਗਿਣਤੀ 'ਚ ਫਰਕ ਲੱਗ ਗਿਆ ਹੋਏਗਾ। ਕੋਈ ਨਹੀਂ ਵੀਰ ਜੀ, ਮੈਂ 500 ਭੇਜ ਦਿਆਂਗਾ।
ਭੁੱਲ ਔਰ ਗਲਤੀ ਵਿੱਚ ਵੀ ਫਰਕ ਹੈ। ਅਨਪੜ੍ਹ ਆਦਮੀ ਜਿਹੜੇ ਹੁੰਦੇ ਨੇ ਉਹ ਮੂਰਖ ਨਹੀਂ ਹੁੰਦੇ, ਮੂਰਖ ਪੜ੍ਹੇ ਲਿਖੇ ਹੁੰਦੇ ਨੇ। ਅਨਪੜ੍ਹ ਆਦਮੀ ਬੇਸਮਝ ਹੁੰਦਾ ਹੈ, ਉਹਨੂੰ ਨਹੀਂ ਪਤਾ। ਪਰ ਪੜ੍ਹਿਆ ਲਿਖਿਆ ਤੁਸੀਂ ਕਹੋ ਜੀ ਇਹ ਬੇਸਮਝ ਹੈ, ਇਹ ਬੇਸਮਝ ਨਹੀਂ ਹੈ, ਇਹ ਤਾਂ ਮੂਰਖ ਹੈ। ਜੋ ਕਰੇਗਾ ਜਾਣ ਬੁੱਝ ਕੇ ਕਰੇਗਾ। ਹਾਂਜੀ। ਜੁਤ ਪਰਵਾਰ ਤਰੇ ਸੰਸਾਰਾ, ਗੁਰ ਉਪਦੇਸ਼ ਜੋ ਦਿਡ ਉਰ ਤਾਰਾ। ਇਹ ਤਿੰਨੋਂ ਸਮੇਤ ਪਰਿਵਾਰ ਤਰੇ ਨੇ। ਔਰ ਇਸ ਗੱਲ ਦੀ ਗਰੰਟੀ ਲਿਖ ਲਓ, ਜੇ ਪਿਓ ਅਮੀਰ ਹੋਇਆ ਤੇ ਘੱਟੋ ਘੱਟ ਘਰ ਵਿੱਚ 3-4 ਜੀ ਵੀ ਅਮੀਰ ਹੋਏ ਨੇ। ਮੈਂ ਤਾਂ ਇੱਥੋਂ ਤੱਕ ਵੀ ਮੰਨਦਾ ਕਿ ਜੇ ਘਰ ਦਾ ਇੱਕ ਬੰਦਾ ਅੰਮ੍ਰਿਤਧਾਰੀ ਹੋਇਆ ਤਾਂ ਉਸ ਘਰ ਵਿੱਚ 4 ਬੰਦੇ ਅੰਮ੍ਰਿਤਧਾਰੀ ਘੱਟੋ ਘੱਟ ਹੋਣਗੇ। ਉਹ ਆਪਣੇ ਬੁੱਢੇ ਮਾਂ-ਬਾਪ ਨੂੰ ਵੀ ਕੋਸ਼ਿਸ਼ ਕਰੇਗਾ ਵੀ ਪਿਤਾ ਜੀ ਤੁਸੀਂ ਵੀ ਅੰਮ੍ਰਿਤ ਛਕ ਲਓ, ਤੁਹਾਡੀ ਤਾਂ ਉਮਰ ਹੈ ਹੀ ਨਹੀਂ ਖਾਣ ਪੀਣ ਦੀ, ਚਲੋ ਮੈਂ ਤੇ ਖਾਣ ਪੀਣ ਵਾਲਾ ਸੀ, ਮੈਂ ਛਕ ਲਿਆ। ਫਿਰ ਉਹ ਆਪਣੀ ਘਰ ਵਾਲੀ ਨੂੰ ਵੀ ਕਹੇਗਾ ਵੀ ਭਲੀਏ ਲੋਕਾਂ ਦੇ ਘਰ ਵਾਲੇ ਤੇ ਪੀ ਕੇ ਡਿੱਗ ਕੇ ਆਉਂਦੇ ਨੇ, ਤੂੰ ਵੀ ਛਕ ਲੈ। ਫਿਰ ਉਹ ਅੱਗੋਂ ਬੱਚਿਆਂ ਨੂੰ ਵੀ ਕੋਸ਼ਿਸ਼ ਕਰੇਗਾ। ਠੀਕ ਹੈ, ਉਹਦੇ ਵੱਡੇ ਹੋ ਕੇ ਬੱਚੇ ਭਾਵੇਂ ਵਿਗੜ ਜਾਣ, ਪਰ ਲੱਗਦੀ ਵਾ ਅੰਮ੍ਰਿਤਧਾਰੀ ਬਾਪ ਆਪਣੇ ਬੱਚਿਆਂ ਨੂੰ ਬਚਪਨ ਵਿੱਚ ਅੰਮ੍ਰਿਤ ਜ਼ਰੂਰ ਛਕਾਏਗਾ। ਤੁਸੀਂ ਇਕੱਲੇ ਨਹੀਂ ਹੋ। ਹੁਣ ਮੇਰੀ ਗੱਲ ਦਾ ਗੁੱਸਾ ਨਾ ਕਰਨਾ, ਜਿਹੜੇ ਬੰਦੇ ਸ਼ਰਾਬ ਪੀਂਦੇ ਨੇ ਨਾ, ਅੱਜ ਪਤਾ ਨਹੀਂ ਮੈਂ ਕੋਈ ਜ਼ਿਆਦਾ ਹੀ ਫਿਕਰ ਨਾ ਦੇ ਜਾਵਾਂ, ਬਹੁਤਿਆਂ ਬੰਦਿਆਂ ਦੀਆਂ ਜਨਾਨੀਆਂ ਵੀ ਸ਼ਰਾਬ ਪੀਂਦੀਆਂ ਜੀ। ਕਿਹੜੇ ਮੂੰਹ ਨਾਲ ਰੋਕੋਗੇ ਤੁਸੀਂ ਵੀ ਤੂੰ ਨਾ ਪੀ? ਤੇ ਜਿੱਥੇ ਮਾਂ ਪਿਓ ਪੀਏਗਾ, ਮਾਂ ਤੇ ਪਿਓ ਪੀਣਗੇ, ਉੱਥੇ ਬੱਚਿਆਂ ਨੂੰ ਕਿਵੇਂ ਰੋਕ ਲੋਗੇ ਤੁਸੀਂ ਬਈ? ਪਿਓ ਨਹੀਂ ਪੀਂਦਾ ਤੇ ਬੇਟਾ ਚੋਰੀ ਪੀਏਗਾ, ਪਰ ਜੇ ਪਿਓ ਬੋਤਲ ਰੱਖ ਕੇ ਪੀਂਦਾ ਹੈ ਟੇਬਲ ਤੇ ਮੁੰਡਾ ਕਾਰ ਦੇ ਬੋਰਨਟ ਤੇ ਰੱਖ ਕੇ ਪੀਏਗਾ। ਇਹ ਗੱਲ ਮੇਰੇ ਤੋਂ ਲਿਖਾ ਕੇ ਵੀ ਲੈ ਲੈਣਾ। ਉਹ ਤਾਂ ਗੁਰੂ ਨਾਨਕ ਦੀ ਕਿਰਪਾ ਹੋਵੇ ਤੇ ਵੀ ਹੋ ਸਕਦਾ ਹੈ ਕਿ ਪੀਣ ਵਾਲੇ ਬਾਪ ਦਾ ਬੱਚਾ ਅੰਮ੍ਰਿਤਧਾਰੀ ਹੋ ਜਾਏ, ਹੋ ਸਕਦਾ ਹੈ। ਗੁਰੂ ਦੀ ਕਿਰਪਾ ਤਾਂ ਬਹੁਤ ਕੁਝ ਕਰਦੀ ਹੈ। ਸਤਿਗੁਰ ਕੋ ਸੁਣ ਕੈ ਸ਼ਬਦ, ਕੀਨ ਕਮਾਵਣ ਜਾਹੇ। ਜਿਨ੍ਹਾਂ ਨੇ ਗੁਰੂ ਦਾ ਸ਼ਬਦ ਸੁਣਿਆ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਗੁਰੂ ਦਾ ਸ਼ਬਦ ਕਮਾਇਆ। ਬਾਣੀ ਪੜ੍ਹਨੀ ਬੜੀ ਵੱਡੀ ਗੱਲ ਹੈ, ਪਰ ਜਿਨ੍ਹਾਂ ਨੇ ਬਾਣੀ ਨੂੰ ਮੰਨਿਆ, ਉਹਨਾਂ ਦੀ ਜੀਵਨ ਦੇ ਸੁੱਖ, ਆਨੰਦ, ਖੁਸ਼ੀਆਂ ਕੌਣ ਗਿਣ ਸਕਦਾ ਹੈ? ਹਾਂਜੀ। ਦੁਸ਼ਤਰ ਮਾਹਿਆ ਤੇ ਤਾਰੇ, ਨਮਸਕਾਰ ਮਮ ਤਾਹੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਉਹਨਾਂ ਨੇ ਦੁਸ਼ਤਰ ਸੰਸਾਰ ਤਰ ਲਿਆ। ਕਹਿੰਦੇ ਮੇਰੀ ਉਹਨਾਂ ਦੇ ਚਰਨਾਂ ਤੇ ਨਮਸਕਾਰ, ਜਿਨ੍ਹਾਂ ਨੇ ਗੁਰਬਾਣੀ ਨੂੰ ਸੁਣਿਆ ਤੇ ਮੰਨਿਆ। ਹੁਣ ਅਸੀਂ ਰਾਗੀ, ਪ੍ਰਚਾਰਕ, ਗ੍ਰੰਥੀ, ਤੁਸੀਂ ਮੰਨ ਲਓ ਕਿ ਅਸੀਂ ਬਾਣੀ ਨੂੰ ਮੰਨਦੇ ਨਹੀਂ, ਪੜ੍ਹਦੇ ਹਾਂ। ਇਹ ਤਾਂ ਤੁਸੀਂ ਮੰਨਦੇ ਹੋ ਵੀ ਅਸੀਂ ਪੜ੍ਹਦੇ ਹਾਂ। ਰਾਗੀ ਘੰਟਾ ਕੀਰਤਨ ਕਰੇਗਾ ਤੇ ਬਾਣੀ ਪੜ੍ਹੇਗਾ ਨਾ। ਵੇਖੋ ਸਾਡਾ ਇੰਨੇ ਨਾਲ ਹੀ ਕੰਮ ਚੱਲ ਗਿਆ, ਪੜ੍ਹ ਕੇ ਹੀ ਚੱਲ ਗਿਆ। ਤੁਹਾਨੂੰ ਪਤਾ ਹੈ ਕੈਨੇਡਾ ਮੈਂ ਜਾਓ ਨਾ, ਕਿਸੇ ਬਾਣੀ ਪੜ੍ਹਨ ਵਾਲੇ ਤੋਂ ਵਿਜੇ ਦੀ ਫੀਸ ਨਹੀਂ ਹੈਗੀ। ਇਹ ਬਾਣੀ ਪੜ੍ਹਨ ਦਾ ਹੀ ਪ੍ਰਤਾਪ ਹੈ। ਮੈਂ 2006 ਚ ਅਮਰੀਕਾ ਗਿਆ। ਕਿਵੇਂ ਗਿਆ? ਮੈਂ ਬਾਣੀ ਪੜ੍ਹਦਾ ਸੀ, ਮੈਨੂੰ ਵੀਜ਼ਾ ਮਿਲ ਗਿਆ। ਮੈਂ ਤਾਂ ਨਹੀਂ ਕਿਹਾ ਵੀ ਮੈਂ ਘੁੰਮੀ ਕਰਨ ਚੱਲਿਆ, ਮੈਂ ਤਾਂ ਕਿਹਾ ਜੀ ਮੈਂ ਉੱਥੇ ਪ੍ਰੋਗਰਾਮ ਤੇ ਚੱਲਿਆ, ਮੈਨੂੰ ਵੀਜ਼ਾ ਮਿਲ ਗਿਆ। ਫਿਰ ਮੈਨੂੰ R1 ਵੀ ਮਿਲ ਗਿਆ ਕਿ ਮੈਂ ਗੁਰਦੁਆਰੇ ਵਿੱਚ ਬਾਣੀ ਪੜ੍ਹਦਾ ਸੀ। ਤੁਸੀਂ ਮੰਨ ਲਓ ਕਿ ਮੈਂ ਬਾਣੀ ਨਹੀਂ ਕਮਾਉਂਦਾ, ਮੈਂ ਪ੍ਰਕਾਸ਼ ਕਰਦਾ, ਮੈਂ ਸੁਖ ਆਸਨ ਕਰਦਾ, ਮੈਂ ਚੌਰ ਕਰਦਾ, ਮੈਂ ਬਾਣੀ ਪੜ੍ਹਦਾ, ਤੁਹਾਨੂੰ ਵੀ ਸੁਣਾਉਣਾ, ਇੰਨਾ ਕੰਮ ਤੇ ਮੈਂ ਕਰਦਾ ਹੀ ਹਾਂ ਨਾ। ਉਹਦਾ ਨਤੀਜਾ ਕੀ ਨਿਕਲਿਆ? ਮੈਨੂੰ ਵਰਕ ਪਰਮਿਟ ਮਿਲ ਗਿਆ। ਉਹਨੂੰ R1 ਕਹਿੰਦੇ ਨੇ ਗ੍ਰੰਥੀਆਂ ਦਾ ਜਿਹੜਾ ਵੀਜ਼ਾ ਹੁੰਦਾ ਹੈ, ਕੰਮ ਵਾਲਾ ਵੀਜ਼ਾ। ਤੁਸੀਂ ਸੁਣੋਗੇ ਕਿੰਨੇ ਦਿਨਾਂ 'ਚ ਮਿਲਿਆ ਮੈਨੂੰ? 14 ਦਿਨਾਂ 'ਚ।
ਅਪਲਾਈ ਕਰਨ ਤੋਂ 14 ਦਿਨ ਬਾਅਦ ਮੇਰੀ ਅਪਰੂਵਲ ਆ ਗਈ। ਤੇ ਕਰਦਾ ਮੈਂ ਕੀ ਆ, ਮੈਂ ਬਾਣੀ ਪੜ੍ਹਦਾ। ਹੁਣ ਤੁਸੀਂ ਮੰਨ ਲਓ ਕਿ ਮੈਂ ਤਾਂ ਕਮਾਉਂਦਾ ਤਾਂ ਹੈ ਹੀ ਨਹੀਂ, ਮੈਂ ਝੂਠ ਵੀ ਬੋਲਦਾ, ਮੈਂ ਹੇਰਾ ਫੇਰੀ ਵੀ ਕਰਦਾ, ਚੋਰੀ ਚਕਾਰੀ ਵੀ ਕਰਦਾ, ਪਰ ਲੋਕਾਂ ਦੇ ਵਿੱਚ ਮੈਂ ਬਾਣੀ ਪੜ੍ਹਦਾ ਸੀ। ਇਹੀ ਮੈਂ ਅਮਰੀਕਾ ਦੀ ਇਮੀਗ੍ਰੇਸ਼ਨ ਨੂੰ ਲਿਖਿਆ ਵੀ ਮੈਂ ਬਾਣੀ ਪੜ੍ਹਦਾ, ਮੈਂ ਗ੍ਰੰਥੀ ਸਿੰਘ ਆ। ਉਹਨਾਂ ਮੈਨੂੰ ਵਰਕ ਪਰਮਿਟ ਦੇ ਦਿੱਤਾ। 28 ਮਹੀਨੇ ਮੈਂ ਉੱਥੇ ਰਿਹਾ, ਗਿਣ ਕੇ 24 ਮਹੀਨਿਆਂ ਦਾ ਉਹਨਾਂ ਦਾ ਲੌਕਿੰਗ ਪੀਰੀਅਡ ਹੈ ਕਿ 24 ਚੈੱਕਸ ਤਨਖਾਹ ਦੇ ਤੁਹਾਡੇ ਚਾਹੀਦੇ ਨੇ ਤੇ ਫਿਰ ਤੁਸੀਂ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੋ। ਉਹ ਸਮਾਂ ਵੀ ਆ ਗਿਆ। 24 ਮਹੀਨਿਆਂ ਬਾਅਦ ਤੁਸੀਂ ਸੁਣੋਗੇ 15 ਦਿਨਾਂ ਬਾਅਦ ਮੈਂ ਅਪਲਾਈ ਕੀਤਾ ਤੇ ਉਹਨਾਂ ਨੇ ਮੈਨੂੰ ਅਮਰੀਕਾ ਦੇ ਕਾਨੂੰਨ ਵਿੱਚ ਐਜ ਇੱਕ ਪ੍ਰੀਸਟ ਮੈਨੂੰ ਉਹਨਾਂ ਨੇ ਪ੍ਰਵਾਨ ਕਰ ਲਿਆ ਵੀ ਤੂੰ ਵਾਕਈ ਪ੍ਰੀਸਟ ਹੈ ਕਿ ਤੂੰ 24 ਮਹੀਨੇ ਗੁਰਦੁਆਰੇ 'ਚ ਨੌਕਰੀ ਕੀਤੀ ਹੈ। ਹੁਣ ਮੈਂ ਕੁਆਲੀਫਾਈ ਹੋ ਗਿਆ ਗ੍ਰੀਨ ਕਾਰਡ ਲਈ, ਮੈਡੀਕਲ ਹੋਇਆ, ਇਹਨੇ 'ਚ ਬੱਚੇ ਵੀ ਅਮਰੀਕਾ ਚਲੇ ਗਏ। ਮੈਂ ਫਿਰ ਅਪਲਾਈ ਕੀਤਾ, 15 ਦਿਨਾਂ ਬਾਅਦ ਮੇਰੇ ਗ੍ਰੀਨ ਕਾਰਡ ਆ ਗਏ। ਹੁਣ ਇਸ ਤੋਂ ਵੱਡੀ ਸ਼ਬਦ ਦੀ ਕਿਹੜੀ ਕਰਾਮਾਤ ਹੁੰਦੀ ਉਹ ਤੁਸੀਂ ਦੱਸ ਦਿਓ। 28 ਮਹੀਨਿਆਂ ਬਾਅਦ ਮੈਂ ਇੰਡੀਆ ਵਾਪਸ ਆ ਗਿਆ ਸੀ 4 ਗ੍ਰੀਨ ਕਾਰਡ ਲੈ ਕੇ। ਸਿਰਫ ਬਾਣੀ ਪੜ੍ਹੀ ਹੈ। ਤੇ ਜੇ ਮੈਂ ਬਾਣੀ ਕਮਾਉਂਦਾ ਤੇ ਹੋ ਸਕਦਾ ਮੈਂ ਪ੍ਰਮਾਤਮਾ ਨਾਲ ਵੀ ਇੱਕ ਮਿਕਤਾ ਪਾ ਲੈਂਦਾ। ਕਵੀ ਸੰਤੋਖ ਸਿੰਘ ਕਹਿੰਦਾ ਵੀ ਜਿਸ ਸਿੱਖ ਨੇ ਬਾਣੀ ਪੜ੍ਹੀ, ਜਿਸ ਸਿੱਖ ਨੇ ਬਾਣੀ ਕਮਾਈ, ਕਹਿੰਦਾ ਮੈਂ ਉਹਦੇ ਪੈਰਾਂ ਤੇ ਮੱਥਾ ਟੇਕਦਾ। ਬਾਣੀ ਨੂੰ ਕਮਾਉਣਾ ਬਹੁਤ ਵੱਡੀ ਬਖਸ਼ਿਸ਼ ਹੈ। ਬਾਣੀ ਨੂੰ ਪੜ੍ਹਨਾ ਵੀ ਘੱਟ ਨਹੀਂ ਹੈ। ਆ ਜਿੰਨੇ ਰਾਗੀ ਪ੍ਰਚਾਰਕ ਰੋਜ਼ ਜਹਾਜ਼ ਦੇ ਜਹਾਜ਼ ਭਰੇ ਤੁਰੇ ਜਾਂਦੇ ਨੇ। ਕੋਈ ਕਹਿੰਦਾ ਜੀ ਮੈਂ ਪਾਠ ਕਰਦਾ, ਕੋਈ ਕਹਿੰਦਾ ਜੀ ਮੈਂ ਕੀਰਤਨ ਕਰਦਾ, ਕੋਈ ਕਹਿੰਦਾ ਜੀ ਮੈਂ ਢਾਡੀ ਹਾਂ, ਕੋਈ ਕਹਿੰਦਾ ਮੈਂ ਰਾਗੀ ਹਾਂ। ਉਹ ਕਹਿੰਦੇ ਆ ਲਓ, ਤੇ ਬਾਕੀਆਂ ਨੂੰ 100 ਝੂਠ ਬੋਲਣਾ ਪੈਂਦਾ। ਲੋਕ ਸਕੀਆਂ ਭੈਣਾਂ ਨਾਲ ਵਿਆਹ ਕਰਾ ਕੇ ਵੀ ਗਏ ਨੇ। ਇੰਨਾ ਵੀ ਕੁਫਰ ਤੋਲਿਆ ਲੋਕਾਂ ਨੇ। ਚਾਚੀਆਂ ਉੱਥੇ ਆਪਣੇ ਚਾਚੇ ਤੋਂ ਡਾਈਵੋਰਸ ਲੈ ਕੇ ਭਤੀਜਾ ਵਿਆਹ ਕੇ ਲੈ ਗਈਆਂ ਇੱਥੋਂ। ਇੱਦਾਂ ਵੀ ਲੋਕਾਂ ਨੇ ਪਾਪ ਕੀਤੇ ਨੇ। ਪਰ ਸ਼ਬਦ ਪੜ੍ਹਨ ਵਾਲੇ ਨੂੰ ਪਾਪ ਕਰਨਾ ਨਹੀਂ ਪਿਆ। ਕਿਸੇ ਰਾਗੀ ਨੂੰ, ਢਾਡੀ ਨੂੰ, ਪ੍ਰਚਾਰਕ ਨੂੰ, ਗ੍ਰੰਥੀ ਨੂੰ, ਪਾਠੀ ਨੂੰ। ਕੱਲ੍ਹ ਵੀ ਇੱਕ ਮੇਰਾ ਮਿੱਤਰ ਇੱਥੋਂ ਗਿਆ, ਮੈਂ ਉਹਨੂੰ ਪੁੱਛਿਆ, ਨਿਊਯਾਰਕ ਉਤਰਿਆ, ਮੈਂ ਕਿਹਾ ਵੀ ਤੈਨੂੰ ਪੁੱਛਿਆ ਉਹਨਾਂ ਨੇ ਕੁਝ? ਕਹਿੰਦਾ ਕੁਝ ਨਹੀਂ ਪੁੱਛਿਆ। ਹਾਲਾਂਕਿ ਉਹਨੂੰ ਪਾਠ ਵੀ ਥੋੜ੍ਹਾ ਆਉਂਦਾ ਹੈ, ਪਰ ਗਿਆ ਵਾਕਈ ਪਾਠ ਕਰਨਾ ਹੈ। ਉਹਨੇ ਕਿਹਾ ਜੀ ਮੈਂ ਪਾਠ ਕਰਦਾ। ਉਹਨੇ ਕਿਹਾ ਅੱਛਾ ਲਓ ਜਾਓ। ਇਹ ਕੀ ਹੈ? ਇਹ ਸ਼ਬਦ ਦੀ ਬਾਹਰੀ ਕਰਾਮਾਤ ਹੈ। ਇੱਥੇ ਤੁਸੀਂ ਵੇਖ ਲਓ, ਆ ਜਿੰਨੇ ਸੇਵਾਦਾਰ ਨੇ, ਤੁਸੀਂ ਇਹਨਾਂ ਦੀ ਤਨਖਾਹ ਪੁੱਛ ਕੇ ਵੇਖੋ ਕਿੰਨੀ ਹੈ। ਕਿਸੇ ਦੀ 8,000, 10,000, 11,000, 12,000, 15,000। ਕੀ ਬਣਦਾ 15,000 ਨਾਲ? ਪਰ ਤੁਸੀਂ ਇਹਨਾਂ ਨੂੰ ਪੁੱਛੋ ਵੀ ਤੁਸੀਂ ਭੁੱਖੇ ਮਰਦੇ ਹੋ? ਉਹ ਕਹਿਣਗੇ ਨਹੀਂ। ਕਿਉਂ ਨਹੀਂ ਮਰਦੇ? ਕੋਈ ਸਿੱਖ ਕੱਪੜੇ ਦੇ ਜਾਂਦਾ ਹੈ। ਕਿਉਂ? ਕਿਉਂਕਿ ਗੁਰਦੁਆਰੇ ਸੇਵਾ ਕਰਦੇ ਨੇ। ਇਹ ਡਾਕਟਰ ਕੋਲੇ ਗਏ, ਡਾਕਟਰ ਗੁਰਦੁਆਰੇ ਆਉਂਦਾ ਸੀ। ਇਹਨਾਂ ਨੇ ਕਿਹਾ ਜੀ ਮੈਂ ਬੰਗਲਾ ਸਾਹਿਬ ਤੋਂ ਆਇਆ। ਉਹਨੇ ਕਿਹਾ ਜੀ ਮੈਂ ਦਵਾਈ ਦੇ ਪੈਸੇ ਨਹੀਂ ਲੈਣੇ। ਦੱਸੋ ਇਸ ਤੋਂ ਵੱਡੀ ਕਿਰਪਾ ਕੀ ਹੋ ਸਕਦੀ ਹੈ? ਅਸੀਂ ਇੱਕ ਦਿਨ ਬੈਠੇ ਕਰਨਾਲ ਢਾਬੇ ਤੇ ਪ੍ਰਸ਼ਾਦਾ ਛਕ ਰਹੇ ਹਾਂ। ਜਦੋਂ ਮੈਂ ਬਿੱਲ ਦੇਣ ਗਿਆ, ਕਹਿੰਦਾ ਜੀ ਉਹ ਦੂਜੇ ਸਰਦਾਰ ਜੀ ਨਹੀਂ ਸੀ ਆਏ? ਮੈਂ ਕਿਹਾ ਹਾਂ। ਮੇਰੇ ਬੜੇ ਵਾਕਫ ਸਨ, ਮੈਨੂੰ ਮਿਲੇ ਵੀ ਨੇ। ਉਹ ਸਾਡੇ ਤੋਂ ਪਹਿਲਾਂ ਰੋਟੀ ਖਾ ਰਹੇ ਸੀ, ਅਸੀਂ ਮਗਰੋਂ ਖਾਧੀ। ਉਹ ਕਹਿੰਦਾ ਜੀ ਉਹ ਤੁਹਾਡਾ ਬਿੱਲ ਦੇ ਗਏ ਨੇ। ਦੱਸੋ ਹੋਰ ਇਸ ਤੋਂ ਬਾਅਦ ਕੀ ਚਾਹੀਦਾ ਤੁਹਾਨੂੰ? ਤੁਸੀਂ ਮੈਨੂੰ ਦੱਸ ਦਿਓ ਤੁਹਾਡਾ ਕਿਹੜਾ ਰਿਸ਼ਤੇਦਾਰ ਤੁਹਾਡੇ ਬਿੱਲ ਪੇ ਕਰਦਾ ਹੈ ਜੀ? ਇਹ ਗੁਰੂ ਦੀ ਬਾਣੀ ਪੜ੍ਹਨ ਕਰਕੇ ਹਰ ਸਿੱਖ ਸਾਡਾ ਰਿਸ਼ਤੇਦਾਰ ਹੈ। ਸਾਨੂੰ ਪਤਾ ਹੀ ਨਹੀਂ ਹੁੰਦਾ, ਅਗਲਾ ਬਿੱਲ ਪੇ ਕਰ ਜਾਂਦਾ ਹੈ। ਇਹ ਗੁਰੂ ਦੀ ਬਾਣੀ ਦੀ ਕਿਰਪਾ ਹੈ। ਪਰ ਅਸੀਂ ਬਾਣੀ ਨੂੰ ਹੀ ਛੱਡਿਆ, ਬਾਕੀ ਕੋਈ ਕੰਮ ਨਹੀਂ ਛੱਡਿਆ। ਨਾ ਧਾਗੇ, ਨਾ ਤਵੀਤ, ਨਾ ਲਾਚੀਆਂ, ਨਾ ਪਾਣੀ, ਨਾ ਫੂਕਾਂ, ਨਾ ਆਟੇ, ਨਾ ਮੜੀਆਂ, ਨਾ ਮਸਾਣੀਆਂ। ਸਭ ਮੰਨਦੇ ਅਸੀਂ, ਗੁਰਬਾਣੀ ਨਹੀਂ ਪੜ੍ਹਦੇ।
ਭੂਤਾ ਪ੍ਰੇਤਾਂ ਨੂੰ ਮੰਨਣ ਨੂੰ ਤਿਆਰ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਮੜੀਆਂ ਤੇ ਜਾ ਕੇ ਦੀਵਾ ਜਗਾਉਣ ਲਈ ਤਿਆਰ ਆ, ਗੁਰਦੁਆਰੇ ਜਾ ਕੇ ਮੱਥਾ ਟੇਕਣ ਲਈ ਤਿਆਰ ਨਹੀਂ ਹੈ। ਇਹ ਬਦਕਿਸਮਤੀ ਹੈ ਸਾਡੀ। ਹਾਂਜੀ। ਸ਼੍ਰੀ ਅੰਗਦ ਸੁਣ ਕਥਾ ਅਗਾਰੀ, ਬੈਠੇ ਪ੍ਰਭ ਧਰਮਸ਼ਾਲ ਮਜਾਰੀ। ਹੇ ਗੁਰੂ ਅੰਗਦ ਸਾਹਿਬ, ਅਗਲੀ ਕਥਾ ਸੁਣੋ। ਜਿਹੜੀ ਕਥਾ ਤੁਸੀਂ ਇੱਥੇ ਬਹਿ ਕੇ ਸੁਣ ਰਹੇ ਹੋ ਨਾ, ਇਸ ਪੋਥੀ ਦੇ ਮੁਤਾਬਕ ਇਹ ਕਥਾ ਗੁਰੂ ਅੰਗਦ ਸਾਹਿਬ ਨੇ ਖੁਦ ਸੁਣੀ ਹੈ। ਗੁਰੂ ਅੰਗਦ ਸਾਹਿਬ, ਅਗਲੀ ਕਥਾ ਸੁਣੋ। ਗੁਰੂ ਨਾਨਕ ਸਾਹਿਬ ਬੈਠੇ ਨੇ ਸੰਗਤ ਵਿੱਚ। ਕਿੱਥੇ? ਕਰਤਾਰਪੁਰ ਸਾਹਿਬ, ਜਿਹੜਾ ਅੱਜ ਕੋਰੀਡੋਰ ਖੁੱਲ੍ਹ ਰਿਹਾ ਹੈ। ਕੱਲ੍ਹ ਤੋਂ ਸੰਗਤਾਂ ਦਰਸ਼ਨ ਕਰਨ ਜਾਣਗੀਆਂ। ਸ਼ਾਇਦ ਮੇਰੇ ਖਿਆਲ ਰਾਤੀ ਜਥਾ ਜਾਣਾ ਹੈ ਪਹਿਲਾਂ। ਜੋ ਮੈਨੂੰ ਪਤਾ ਲੱਗਿਆ 11:30 ਵਜੇ ਰਾਤੀ ਕੁਝ ਸਿੱਖ ਅੱਜ ਇੰਟਰ ਕਰਨਗੇ ਕਰਤਾਰਪੁਰ ਸਾਹਿਬ ਵਾਸਤੇ। ਇੱਥੇ 18 ਸਾਲ ਗੁਰੂ ਜੀ ਨੇ ਖੇਤੀ ਕੀਤੀ ਹੈ। ਜਦੋਂ ਤੁਸੀਂ ਮਨ ਤੁਹਾਡਾ ਮੰਨ ਗਿਆ ਨਾ ਵੀ 18 ਸਾਲ, ਫਿਰ ਤੁਸੀਂ ਇਹ ਮੰਨੋਗੇ ਕਿ ਕਿਰਤ ਕਰਨੀ ਚਾਹੀਦੀ। ਤੁਹਾਨੂੰ ਇੱਦਾਂ ਲੱਗਦਾ ਜਿਵੇਂ ਉਹ 13 ਤੋਲਿਆ। ਤੁਹਾਨੂੰ ਲੱਗਦਾ ਬਾਬੇ ਨਾਨਕ ਨੇ ਤੱਕੜੀ ਫੜੀ, ਕੋਈ ਸੌਦਾ ਲੈਣ ਆਇਆ, ਉਹਨਾਂ ਨੇ ਕਿਹਾ ਜੀ 13 ਉਹ ਤੱਕੜੀ 17 ਸਾਲ ਤੋਲੀ ਹੈ। ਇਹ ਵੀ ਸੁਣਿਆ ਕਿ ਨਹੀਂ? ਨਹੀਂ, ਇਹ ਨਹੀਂ ਸੁਣਿਆ ਨਾ। ਸਾਡੇ ਨਾ ਦਿਮਾਗ 'ਚ ਧਰਮ ਉਹ ਹੈ ਜਿਹੜਾ ਉਹ ਮਦਾਰੀ ਨਹੀਂ ਲਾਉਂਦੇ ਚੌਂਕ 'ਚ ਅੱਧਾ ਕੁ ਘੰਟਾ। ਉਹ ਇੱਕ ਜਮੂਰਾ ਜਿਹਾ ਬਿਠਾ ਲਿਆ, ਇੱਕ ਬਾਂਦਰ ਜਿਹਾ ਬਿਠਾ ਲਿਆ, ਉਹ ਅੱਖਾਂ ਬੰਦ ਕਰ, ਉਹ ਆਹ ਕਰ, ਉਹ ਕਰ। ਉਹ 2 ਘੰਟਿਆਂ 'ਚ ਉਹ ਪੈਸੇ ਪੂਸੇ ਲੁੱਟ ਕੇ ਚਲਾ ਜਾਂਦਾ ਹੈ। ਸਾਨੂੰ ਧਰਮ ਇੱਦਾਂ ਲੱਗਦਾ, ਧਰਮ ਇੱਦਾਂ ਨਹੀਂ ਹੈਗਾ। 17 ਸਾਲ ਸਤਿਗੁਰੂ ਜੀ ਨੇ ਮੋਦੀ ਖਾਨਾ ਚਲਾਇਆ ਹੈ। ਇੱਥੇ ਤੁਸੀਂ ਦੱਸ ਦਿਓ ਵੀ ਕਿੰਨੇ ਸਾਲ ਨੌਕਰੀ ਕੀਤੀ ਹੈ ਤੁਸੀਂ। ਸਾਡੀ ਵਿਹਲੜਾ ਦੀ ਫੌਜ ਹੈ। 18 ਸਾਲ ਖੇਤੀ ਕੀਤੀ ਹੈ। ਲਿਆਓ ਬੰਦਾ ਜਿਹਨੇ 18 ਸਾਲ ਖੇਤੀ ਕੀਤੀ ਹੋਵੇ ਤੇ ਘਰ ਦੀ ਤਕਦੀਰ ਨਾ ਬਦਲੀ ਹੋਵੇ। ਅੱਜ ਵੀ ਤੁਸੀਂ ਜਿਹੜਾ ਪੰਜਾਬ 'ਚ ਸੁਣਦੇ ਹੋ ਕਿ ਘਰ ਨਹੀਂ ਚੱਲਦਾ, ਘਰ ਇਸ ਕਰਕੇ ਨਹੀਂ ਚੱਲਦਾ ਵੀ ਜ਼ਮੀਨ ਕਿੰਨੀ ਹੈ? 4 ਕਿੱਲੇ। ਤੇ ਕੰਮ ਕੌਣ ਕਰਦਾ ਹੈ? ਕਹਿੰਦੇ ਜੀ ਉਹ ਯੂਪੀ ਤੋਂ ਮਜ਼ਦੂਰ ਆਇਆ ਹੈ। ਮੈਂ ਉਹ ਨਾਂ ਤੇ ਨਹੀਂ ਲਵਾਂਗਾ ਜਿਹੜਾ ਉਹ ਨਾਂ ਬੋਲਿਆ ਜਾਂਦਾ ਹੈ। ਤੇ ਕਾਕਾ ਕੀ ਕਰਦਾ ਹੈ? ਕਾਕਾ ਜੀ ਮੋਟਰਸਾਈਕਲ ਤੇ ਰੋਟੀ ਦੇਣ ਜਾਂਦਾ ਹੈ। 4 ਕਿੱਲਿਆਂ ਦਾ ਮਾਲਕ ਹੋਵੇ, ਮੋਟਰਸਾਈਕਲ ਤੇ ਰੋਟੀ ਦੇਣ ਜਾਏ, ਤੁਸੀਂ ਦੱਸੋ ਤੇ ਖਰਚੇ ਪੂਰੇ ਹੋ ਸਕਦੇ ਨੇ? ਤੇ ਜੇ 4 ਕਿੱਲਿਆਂ 'ਚ ਆਪ ਖੇਤੀ ਕਰੇ, ਮੈਂ ਵਿਸ਼ਵਾਸ ਨਾਲ ਕਹਿੰਦਾ ਉਹਦੇ ਬੱਚੇ ਭੁੱਖੇ ਨਹੀਂ ਮਰ ਸਕਦੇ। ਠੀਕ, ਸ਼ੌਕ ਨਹੀਂ ਪੂਰੇ ਹੋਣਗੇ ਪਰ ਲੋੜਾਂ ਜ਼ਰੂਰ ਪੂਰੀਆਂ ਹੋ ਜਾਣਗੀਆਂ। ਆਪਾਂ ਤੁਰਦੇ ਹੀ ਨਹੀਂ ਕਿਰਤ ਕਰਨ ਵਾਲੇ ਪਾਸੇ। ਮੈਂ ਫਿਰ ਬੇਨਤੀ ਕਰਾਂ, ਵਿਹਲੜ ਬੰਦੇ ਨੂੰ ਸਿੱਖ ਨਾ ਕਿਹਾ ਕਰੋ। ਜਦੋਂ ਕੋਈ ਬੰਦਾ ਮਿਲੇ ਜ਼ਰੂਰ ਪੁੱਛੋ ਭਾਜੀ ਕੰਮ ਕੀ ਕਰਦੇ ਹੋ। ਤੇ ਜਿਹੜਾ ਬੰਦਾ ਜਿੰਨੀ ਵੱਧ ਮਿਹਨਤ ਕਰੇ ਉਹਦੀ ਓਨੀ ਵੱਧ ਇੱਜ਼ਤ ਕਰੋ। ਉਹਨੂੰ ਸਨਮਾਨ ਦਿਓ, ਉੱਠ ਕੇ ਸਨਮਾਨ ਦਿਓ ਕਿ ਭਾਜੀ ਮਨ ਖੁਸ਼ ਹੋ ਗਿਆ ਅੱਜ ਕਿ ਮੈਨੂੰ ਕੋਈ ਕਿਰਤ ਕਰਨ ਵਾਲਾ ਸਿੱਖ ਮਿਲਿਆ। ਤੁਹਾਨੂੰ ਪਤਾ ਹੀ ਨਹੀਂ ਇੱਕ ਕਿਰਤੀ ਵਿੱਚ ਕੀ ਹੁੰਦਾ ਹੈ। ਜਿਹੜਾ ਕਿਰਤ ਕਰੇਗਾ ਉਹ ਕਿਸੇ ਦੀ ਨਿੰਦਿਆ ਚੁਗਲੀ ਕਦੋਂ ਕਰੇਗਾ? ਕਰ ਹੀ ਨਹੀਂ ਸਕਦਾ, ਉਹਦੇ ਕੋਲ ਟਾਈਮ ਹੀ ਹੈ ਨਹੀਂ। ਜਿੰਨੇ 8-10 ਘੰਟੇ ਕਿਰਤ ਕੀਤੀ ਉਹ ਰਾਤ ਨੂੰ ਸੌਏਗਾ ਕਿ ਰਾਤ ਨੂੰ ਜਾ ਕੇ ਪੱਤੇ ਸੁੱਟੇਗਾ? ਨਹੀਂ, ਉਹ ਇਹ ਕੰਮ ਨਹੀਂ ਕਰ ਸਕਦਾ। ਮਿਹਨਤ ਮਜ਼ਦੂਰੀ ਕਰਨ ਵਾਲਾ ਚੋਰੀ ਵੀ ਨਹੀਂ ਕਰੇਗਾ। ਉਹਨੂੰ ਕਰਨ ਦੀ ਕੀ ਲੋੜ ਹੈ? ਉਹ ਤਾਂ ਕਮਾ ਕੇ ਖਾ ਰਿਹਾ ਹੈ। ਉਹਨੂੰ ਮੰਗ ਕੇ ਖਾਣ ਦੀ ਕੀ ਲੋੜ ਹੈ? ਖੋਹ ਕੇ ਖਾਣ ਦੀ ਕੀ ਲੋੜ ਹੈ? ਹਾਂਜੀ। ਨਰ ਅਨੇਕ ਦਰਸ਼ਨ ਹਿਤ ਆਵੈ, ਸ਼ਬਦ ਸੁਣੇ ਰਹਿ ਬਹੁਰ ਸਿਧਾਵੈ। ਸਤਿਗੁਰੂ ਜੀ ਦੇ ਦਰ ਤੇ ਅਨੇਕਾਂ ਸਿੱਖ ਆਉਂਦੇ ਨੇ, ਦਰਸ਼ਨ ਕਰਦੇ ਨੇ, ਸ਼ਬਦ ਸੁਣਦੇ ਨੇ, ਕੁਝ ਸਮਾਂ ਰੁਕਦੇ ਨੇ, ਰਹਿੰਦੇ ਨੇ, ਫਿਰ ਆਗਿਆ ਲੈ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਹਾਂਜੀ। ਮਾਲੋ ਮੰਗੁ ਦਵੈ ਸਿੱਖ ਆਏ, ਚਰਨ ਕਮਲ ਪਰ ਸੀਸ ਨਿਵਾਏ। ਗੁਰੂ ਪਿਤਾ ਮਹਾਰਾਜ ਜੀ ਦੇ ਕੋਲ ਇੱਕ ਭਾਈ ਮਾਲੋ, ਇੱਕ ਭਾਈ ਮੰਗੋ, ਇਹ ਨਾਂ ਨੇ। ਇਹ 2 ਸਿੱਖ ਸਤਿਗੁਰੂ ਜੀ ਦੇ ਦਰ ਤੇ ਆਏ ਨੇ। ਦੋਵਾਂ ਨੇ ਆ ਕੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ। ਹੱਥ ਬੰਦ ਅਰਦਾਸ ਬਖਾਨੀ,
ਕਰੋ ਕਿਰਪਾ ਸ਼੍ਰੀ ਗੁਰ ਗੁਣ ਖਾਨੀ। ਦੋਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਸਾਡੇ ਤੇ ਕਿਰਪਾ ਕਰੋ। ਹੁਣ ਜਦੋਂ ਅਸੀਂ ਕਹਿੰਦੇ ਗੁਰੂ ਨੂੰ ਸਾਡੇ ਤੇ ਕਿਰਪਾ ਕਰੋ ਤਾਂ ਅਸੀਂ ਸਿੱਧਾ ਸਿੱਧਾ ਚੱਲਦੇ ਆ, ਸ਼ਾਰਟਕਟ, ਵੀ ਸਕੂਟਰ ਦੇ ਦਿਓ, ਕਾਰ ਦੇ ਦਿਓ, ਕੋਠੀ ਦੇ ਦਿਓ। ਸੀਮਟ ਸਰੀਆ ਵੀ ਨਹੀਂ ਮੰਗਦੇ, ਵੀ ਜੋੜੇਗਾ ਕੌਣ, ਉਹ ਵੀ ਨਹੀਂ ਮੰਗਦੇ ਅਸੀਂ। ਸਾਡੀ ਬਦਕਿਸਮਤੀ ਇੱਥੇ ਆ। ਸਾਡਾ ਤੇ ਮੈਂ ਤਾਂ ਕਹਿੰਦਾ ਵੀ ਸਾਨੂੰ ਤਾਂ 10 ਗੁਰੂਆਂ ਚੋਂ ਬਾਬਾ ਟਾਲ ਹੀ ਸੂਟ ਕਰਦਾ, ਵੀ ਬਾਬਾ ਟਲ ਪੱਕੀਆਂ ਪਕਾਈਆਂ ਕੱਲ, ਜਾਂ ਬਾਬਾ ਗੁਰਦਿੱਤਾ ਸੂਟ ਕਰਦਾ, ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਾਰ ਮੰਗਿਆ ਸੋਈ ਦਿੱਤਾ। ਬਾਕੀ ਤੇ ਫਿਰ ਕੰਮ ਸਾਰੇ ਹੀ ਔਖੇ ਨੇ ਨਾ। ਅਸੀਂ ਰੋਟੀ ਮੰਗਦੇ ਆ, ਕਿਉਂਕਿ ਰੋਟੀ ਪਕਾਉਣ ਤੇ ਵੀ ਬੜੀ ਖੇਚਲ ਹੁੰਦੀ ਹੈ। ਅਸੀਂ ਰੋਟੀ ਪਕਾਉਣ ਦੇ ਇਹ ਨਹੀਂ ਕਹਿੰਦੇ ਵੀ ਮਹਾਰਾਜ ਸਾਡੇ ਘਰ ਰੋਟੀ ਪੱਕਦੀ ਕਰ ਦਿਓ, ਇਹ ਨਹੀਂ ਕਹਿੰਦੇ, ਨਾ ਨਾ ਸਿੱਧੀ ਰੋਟੀ ਘੱਲ ਦਿਓ। ਕਿ ਰੋਟੀ ਪਕਾਉਣ ਲਈ ਵੀ ਤਵਾ ਚਾਹੀਦਾ, ਪਰਾਤ ਚਾਹੀਦੀ ਹੈ, ਆਟਾ ਚਾਹੀਦਾ, ਆਟਾ ਛਾਨਣ ਲਈ ਛਾਨਣੀ ਵੀ ਚਾਹੀਦੀ ਹੈ, ਆਟੇ 'ਚ ਪਾਣੀ ਪਾਉਣ ਲਈ ਟੂਟੀ ਵੀ ਚਾਹੀਦੀ ਪਾਣੀ ਵਾਲੀ, ਫਿਰ ਚੁੱਲ੍ਹਾ ਚਾਹੀਦਾ, ਤਵਾ ਚਾਹੀਦਾ, ਚੁੱਲ੍ਹੇ 'ਚ ਅੱਗ ਬਾਲਣ ਲਈ ਪਾਥੀਆਂ ਵੀ ਚਾਹੀਦੀਆਂ ਨੇ, ਲੱਕੜਾਂ ਵੀ ਚਾਹੀਦੀਆਂ ਨੇ। ਮੇਰੇ ਬਜ਼ੁਰਗ ਨਾਨੀ ਜੀ ਮਾਤਾ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਪੁੱਤਰ ਕਈਆਂ ਦੀ ਹਾਲਤ ਪਤਾ ਕੀ ਹੁੰਦੀ ਹੈ, ਕਈਆਂ ਦੀ ਹਾਲਤ ਇਹ ਹੁੰਦੀ ਵੀ ਉਹ ਜਿਹੜੇ ਮਰਾਸੀ ਹੁੰਦੇ ਨਾ, ਡੂਮ, ਇੱਕ ਅਖੌਤੀ ਨੀਵੀਂ ਜਾਤ ਹੈ, ਉਹਨਾਂ ਦਾ ਬੱਚਾ ਸੀ ਤਾਂ ਆਪਣੀ ਮਾਂ ਨੂੰ ਕਹਿੰਦਾ ਵੀ ਅੰਮੀ ਅੰਮੀ ਅੱਲਾ ਕਰੇ ਆਪਣੀ ਮੱਝ ਮਰ ਜੇ। ਹੁਣ ਉਹ ਮਾਤਾ ਕਹਿੰਦੀ ਵੀ ਕਾਕਾ ਇਹ ਤੇ ਮੈਂ ਸੁਣਿਆ ਵੀ ਇਹ ਮੀਰ ਦਾਦੇ ਜਿਹੜੇ ਨੇ ਵੱਖੀ ਚੋਂ ਹੀ ਬੋਲਦੇ ਨੇ, ਤੇ ਪੁੱਤ ਆ ਤੇ ਤੂੰ ਬਿਲਕੁਲ ਹੀ ਜੱਗੋ 13ਵੀਂ ਗੱਲ ਕਰ ਛੱਡੀ ਹੈ ਕਿ ਅੰਮੀ ਅੰਮੀ ਅੱਲਾ ਕਰੇ ਆਪਣੀ ਮੱਝ ਮਰ ਜੇ। ਤੇ ਪੁੱਤ ਆਪਾਂ ਦੁੱਧ ਕਿੱਥੋਂ ਪੀਵਾਂਗੇ? ਕਹਿੰਦਾ ਅੰਮੀ ਰੋਟੀਆਂ ਮੰਗ ਕੇ ਲਿਆਈ ਦੀਆਂ ਨੇ। ਕਹਿੰਦੀ ਹਾਂ। ਕਹਿੰਦਾ ਦੁੱਧ ਵੀ ਮੰਗ ਲਿਆਇਆ ਕਰਾਂਗੇ, ਤੇ ਮੱਝ ਦੇ ਤਾਂ ਪੱਠੇ ਲੈਣ ਜਾਣਾ ਪੈਂਦਾ ਹੈ, ਵੀ ਅੱਲਾ ਕਰੇ ਮੱਝ ਹੀ ਮਰ ਜੇ, ਪੱਠੇ ਲਿਆਉਣੇ ਹੀ ਨਾ ਪੈਣ, ਜਿੱਥੋਂ ਰੋਟੀਆਂ ਮੰਗ ਕੇ ਲਿਆਈ ਦੀਆਂ ਉੱਥੋਂ ਦੁੱਧ ਮੰਗ ਲਿਆਵਾਂਗੇ। ਸਾਡੀ ਹਾਲਤ ਇਹ ਹੈ। ਇਸੇ ਕਰਕੇ ਤੁਹਾਡੇ ਗੁਰੂ ਨੇ ਤੁਹਾਨੂੰ ਪਹਿਲਾ ਹੁਕਮ ਹੀ ਇਹ ਕੀਤਾ ਵੀ ਕਿਰਤ ਕਰਨੀ ਹੈ। ਹੁਣ ਇਹ ਫੈਸਲਾ ਤੁਸੀਂ ਕਰਨਾ ਹੈ। ਅਸੀਂ ਸ਼ੁਰੂ ਹੀ ਇੱਥੋਂ ਕਰਦੇ, ਨਾਮ ਕਿਹੜਾ ਜਪਣਾ ਜੀ, ਕਿਵੇਂ ਜਪਣਾ ਜੀ, ਅੱਖਾਂ ਕਿਵੇਂ ਘੁਮਾਉਣੀਆਂ ਨੇ ਜੀ, ਗੋਡਾ ਕਿੱਧਰ ਕਰਨਾ ਹੈ ਜੀ, ਪੈਰ ਕਿੱਥੇ ਰੱਖਣਾ ਜੀ। ਉਹ ਨਹੀਂ, ਪਹਿਲਾਂ ਕਿਰਤ ਕਰੋ। ਜਿਹੜੇ ਤੁਹਾਡੇ ਬੱਚੇ ਬਾਹਰ ਗਏ ਨੇ ਉਹਨਾਂ ਨੇ ਜਾ ਕੇ ਨਾਮ ਨਹੀਂ ਜਪਿਆ, ਪਹਿਲਾਂ ਜਾ ਕੇ ਉਹਨਾਂ ਕਿਰਤ ਕੀਤੀ ਹੈ। ਕੋਈ ਸਿੱਖ ਇੰਡੀਆ ਤੋਂ ਬਾਹਰ ਜਾ ਕੇ ਕਿਸੇ ਨੇ ਨਾਮ ਨਹੀਂ ਜਪਿਆ, ਪਹਿਲਾਂ ਕਿਰਤ ਕੀਤੀ, ਪੈਸੇ ਕਮਾਏ, ਜਦੋਂ ਘਰ ਬਣੇ ਉਦੋਂ ਫਿਰ ਉਹਨਾਂ ਨੇ ਪਹਿਲਾਂ ਗੁਰਦੁਆਰੇ ਬਣਾਏ। ਉਦੋਂ ਤੱਕ ਉਹਨਾਂ ਨੂੰ ਸਮਝ ਆ ਗਈ ਵੀ ਗੁਰੂ ਤੋਂ ਬਿਨਾਂ ਕੋਈ ਨਹੀਂ ਹੈਗਾ। ਫਿਰ ਉਹਨਾਂ ਨੇ ਗੁਰਦੁਆਰੇ ਬਣਾਏ। ਤੁਹਾਨੂੰ ਪਤਾ ਹੀ ਨਹੀਂ ਬਾਹਰ ਜਿਹੜੇ ਗੁਰਦੁਆਰੇ ਬਣੇ ਨੇ ਉਹਦੇ ਲਈ ਕਿੰਨੀ ਸਟਰਗਲ ਕੀਤੀ ਹੈ ਸਾਡੇ ਬਜ਼ੁਰਗਾਂ ਨੇ। ਪਰ ਅੱਜ ਉੱਥੇ ਵੀ ਹਾਲਤ ਸਾਡੇ ਵਾਲੀ ਹੈ, ਲੜ ਲੜ ਕੇ ਮਰੀ ਜਾਂਦੇ ਨੇ ਚੌਧਰ ਪਿੱਛੇ। ਪਰ ਜਦੋਂ ਉਹ ਗੁਰਦੁਆਰੇ ਬਣੇ ਨੇ, ਸਰਦਾਰ ਦਲਜੀਤ ਸਿੰਘ ਸੰਧੂ ਚੜ੍ਹਾਈ ਕਰ ਗਏ ਵੈਨਕੂਵਰ, ਬੜੀ ਵੱਡੀ ਫਿਗਰ ਸੀ ਉਹ, ਪੈਸੇ 'ਚ ਨਹੀਂ, ਗੁਰਦੁਆਰੇ ਬਣਾਉਣ 'ਚ। ਉਹ ਤੇ ਮਾਤਾ ਜੀ ਘਰਾਂ 'ਚ ਗੁਰਦੁਆਰਾ ਲਾਉਂਦੇ ਹੁੰਦੇ ਸੀ, ਘਰਾਂ 'ਚ ਸਰਕਾਰ ਤੋਂ ਚੋਰੀ ਲਾਉਣਾ, ਕਿਉਂਕਿ ਗੈਦਰਿੰਗ ਲਈ ਪਰਮਿਸ਼ਨ ਲੈਣੀ ਪੈਂਦੀ ਹੈ। ਸਾਡੇ ਵਾਲਾ ਕੰਮ ਤੇ ਹੈ ਨਹੀਂ ਵੀ ਜਿੱਥੇ ਮਰਜ਼ੀ ਭੀੜ ਇਕੱਠੀ ਕਰ ਲਓ। ਕਿਸੇ ਨੂੰ ਪੁੱਛ ਲਓ ਕਿ ਵੈਨਕੂਵਰ 'ਚ ਜਿਹੜਾ ਪਹਿਲਾ ਗੁਰਦੁਆਰਾ ਬਣਿਆ ਉਹ ਕਿਵੇਂ ਬਣਿਆ ਸੀ। ਪਰ ਕਦੋਂ ਬਣਿਆ? ਜਦੋਂ ਰੋਟੀ ਖਾਣ ਜੋਗੇ ਹੋ ਗਏ। ਇੱਥੋਂ ਜਾ ਕੇ ਉਹਨਾਂ ਗੁਰਦੁਆਰੇ ਨਹੀਂ ਬਣਾਏ, ਪਹਿਲਾਂ ਜਾ ਕੇ ਕਿਰਤਾਂ ਕੀਤੀਆਂ ਨੇ।
ਸਭ ਤੋਂ ਵੱਡਾ ਕੰਮ ਹੀ ਉੱਥੇ ਲੱਕੜ ਦਾ ਹੁੰਦਾ ਸੀ, ਆਰੇ ਹੁੰਦੇ ਸੀਗੇ। ਪੁੱਛੋ ਕਿੰਨੇ ਕਿੰਨੇ ਮਣ ਦੀ ਲੱਕੜ ਚੁੱਕਦੇ ਹੁੰਦੇ ਸੀ ਬਜ਼ੁਰਗ ਤੁਹਾਡੇ। ਹੁਣ ਤੇ ਮੇਰੇ ਵਰਗਾ ਜਾਵੇ ਜੋ ਉੱਥੇ ਗੁਰਦੁਆਰੇ ਬੜੇ ਵੱਡੇ ਨੇ, ਇਹ ਗੁਰਦੁਆਰੇ ਉਹਨਾਂ ਨੇ ਵੱਡੇ ਬਣਾਏ ਨੇ ਜਿਨ੍ਹਾਂ ਨੇ ਪਹਿਲਾਂ ਕਾਰਖਾਨਿਆਂ ਵਿੱਚ ਜਾ ਕੇ ਲੱਕੜਾਂ ਚੁੱਕੀਆਂ ਨੇ, ਚੀਰੀਆਂ ਨੇ, ਕਈਆਂ ਨੇ ਆਪਣੇ ਹੱਥ ਬਾਂਹ ਵੀ ਚਰਵਾ ਲਏ ਸੀ। ਉਦੋਂ ਇਹਨਾਂ ਸੇਫਟੀ ਵਾਸਤੇ ਬਹੁਤਾ ਕੁਝ ਨਹੀਂ ਸੀ ਹੁੰਦਾ। ਹਾਂਜੀ। ਨਿਜ ਮੁਖ ਸੋ ਉਪਦੇਸ਼ ਕਰੀਜੈ, ਜਿਹਤ ਜਨਮ ਮਰਨ ਕੱਟ ਦੀਜੈ। ਸਿੱਖ ਆਏ ਨੇ ਕਿਹਾ ਮਹਾਰਾਜ ਕਿਰਪਾ ਕਰੋ। ਅਸੀਂ ਕਿਰਪਾ ਸਿੱਧਾ ਸਮਾਨ ਹੀ ਮੰਗਦੇ ਆ, ਮਟੀਰੀਅਲ। ਕਦੇ ਪਹਿਲਾਂ ਘਰ ਧੀ ਆਉਂਦੀ ਸੀ ਨਾ, ਬੇਟਾ ਵਿਆਹ ਕੇ ਨੂੰਹ ਲੈ ਕੇ ਆਉਂਦਾ ਸੀ ਤੇ ਸੱਸ ਕੱਚੀ ਲੱਸੀ ਵਿੱਚ ਉਹਦੇ ਪੈਰ ਧੋਂਦੀ ਸੀ। ਮੁੰਡੇ ਦੀ ਮਾਂ ਜਿਹੜੀ ਹੈ ਇੱਕ ਪਰਾਤ ਵਿੱਚ ਕੱਚੀ ਲੱਸੀ ਪਾ ਲੈਂਦੀ ਸੀ ਤੇ ਪੈਰ ਧੋਂਦੀ ਸੀ ਉਹਦੇ, ਵੀ ਲక్ష్ਮੀ ਆਈ ਹੈ। ਅੱਜ ਜਿੱਦਣ ਧਨ ਤੇਰਸ ਸੀ, ਜਿਹੜੇ ਮੰਨਦੇ ਨੇ, ਸਿੱਖਾਂ ਨੂੰ ਤਾਂ ਲੋੜ ਨਹੀਂ ਹੈਗੀ, ਪਰ ਜਿਹੜੇ ਮੰਨਦੇ ਨੇ ਉਹਨਾਂ ਨੇ ਦੁੱਧ ਵਿੱਚ ਚਾਂਦੀ ਸੋਨੇ ਦੇ ਸਿੱਕੇ ਧੋਤੇ ਨੇ। ਲక్ష్ਮੀ ਦੀ ਪੂਜਾ ਦਾ ਇਹ ਤਰੀਕਾ ਹੈ। ਨੂੰਹ ਆਉਂਦੀ ਸੀ ਤੇ ਉਹਦੇ ਪੈਰ ਕੱਚੀ ਲੱਸੀ ਵਿੱਚ ਧੋਤੇ ਜਾਂਦੇ ਸੀ। ਅੱਜ ਕੱਲ੍ਹ ਪਰਾਤ ਵਿੱਚ ਕੋਈ ਪੈਰ ਨਹੀਂ ਨੂੰਹ ਦੇ ਪਾਉਂਦਾ, ਤੇ ਮਗਰ ਵੇਖਦੇ ਨੇ ਵੀ ਧੂੜ ਉੱਡਦੀ ਆਉਂਦੀ ਕਿ ਨਹੀਂ ਟਰੱਕ ਦੀ। ਉਹ ਕਹਿੰਦੇ ਵੀ ਇਹ ਕੁੜੀ ਆਈ ਹੈ, ਧਨ ਮਗਰ ਆ ਰਿਹਾ ਹੈ। ਪਰ ਬਜ਼ੁਰਗ ਕਹਿੰਦੇ ਸੀ ਨਹੀਂ, ਧਨ ਵੀ ਇਹੋ ਹੀ ਹੈ। ਧਨ ਤੇਰਸ ਜਿੰਨੀ ਪੂਜਾ ਹੁੰਦੀ ਸੀ ਘਰ ਨੂੰ ਆਈ ਦੀ। ਆਖਣਾ ਲక్ష్ਮੀ ਆਈ ਹੈ। ਹੁਣ ਧੀ ਆਵੇ ਤਾਂ ਉਹਦਾ ਮਾਰ ਦਿੰਦੇ ਨੇ, ਕਹਿੰਦੇ ਲక్ష్ਮੀ ਨਹੀਂ ਚਾਹੀਦੀ, ਉਹ ਦੂਜੀ ਠੀਕ ਹੈ ਜਿਹੜੀ ਮੁੰਡਾ ਲੈ ਕੇ ਆਏਗਾ। ਕਿਉਂਕਿ ਮਗਰ ਮਟੀਰੀਅਲ ਦਾ ਟਰੱਕ ਆਏਗਾ ਨਾ, ਟਰਾਲੀਆਂ ਭਰੀਆਂ ਆਉਣਗੀਆਂ। ਪਹਿਲਾਂ ਲੋਕਾਂ ਦੇ ਘਰ ਧੀ ਆਉਂਦੀ ਸੀ ਤੇ ਕਹਿੰਦੇ ਸੀ ਲక్ష్ਮੀ ਆਈ। ਉਹ ਕਹਿੰਦੇ ਨਹੀਂ ਇਹ ਨਹੀਂ ਚਾਹੀਦੀ, ਇਹਨੂੰ ਮਾਰ ਦਿਓ। ਕਿਹੜੀ ਚਾਹੀਦੀ? ਜਿਹੜੀ ਮੁੰਡਾ ਵਿਆਹ ਕੇ ਲਿਆਏਗਾ, ਉਹ ਲక్ష్ਮੀ ਚਾਹੀਦੀ ਹੈ। ਪਰ ਉਹਦੇ ਲਈ ਵੀ ਉਸ ਧੀ ਦੇ ਪੈਰ ਨਹੀਂ ਧੋਤੇ ਜਾਂਦੇ, ਮਗਰਲਾ ਸਮਾਨ ਗਿਣਿਆ ਜਾਂਦਾ ਵੀ ਪਾਰਸਲ ਕਿੰਨੇ ਆਏ ਨੇ, ਕੋਰੀਅਰ ਕਿੰਨੇ ਆਏ ਨੇ, ਟਰੱਕ ਕਿੰਨੇ ਆਏ ਨੇ। ਇਹਨਾਂ ਸਿੱਖਾਂ ਨੇ ਕਿਹਾ ਮਹਾਰਾਜ ਕਿਰਪਾ ਕਰੋ। ਹੁਣ ਜਦੋਂ ਤੁਸੀਂ ਅੱਜ ਤੋਂ ਬਾਅਦ ਅਰਦਾਸ ਕਰਨੀ, ਉਦੋਂ ਫਿਰ ਇਹ ਚੀਜ਼ਾਂ ਨਹੀਂ ਜੇ ਮੰਗਣੀਆਂ। ਭਾਈ ਮੰਗੋ ਭਾਈ ਮਾਲੂ ਵਾਂਗੂ ਆਖਿਓ ਜੇ, ਨਿਜ ਮੁਖ ਸੋ ਉਪਦੇਸ਼ ਕਰੀਜੈ। ਮਹਾਰਾਜ ਕਿਰਪਾ ਕਰ ਦਿਓ। ਸਤਿਗੁਰੂ ਕਹਿੰਦੇ ਦੱਸੋ ਕੀ ਕਿਰਪਾ ਚਾਹੀਦੀ ਤੁਹਾਨੂੰ? ਕਹਿੰਦੇ ਜੀ ਆਪਣੇ ਮੁਖ ਤੋਂ ਉਪਦੇਸ਼ ਦਿਓ। ਉਪਦੇਸ਼ ਕੀ ਚਾਹੀਦਾ ਹੈ? ਜਿਹ ਤੇ ਜਨਮ ਮਰਨ ਕੱਟ ਦੀਜੈ, ਜਿਹਦੇ ਨਾਲ ਜੰਮਣਾ ਵੀ ਮੁੱਕ ਜਾਏ ਤੇ ਮਰਨਾ ਵੀ ਮੁੱਕ ਜਾਏ। ਅਮੂਮਨ ਤੁਸੀਂ ਅਰਦਾਸ ਪਤਾ ਕੀ ਕਰਾਉਂਦੇ ਹੋ? ਗਿਆਨੀ ਜੀ ਲੰਬੀ ਉਮਰ ਦੀ ਅਰਦਾਸ ਕਰ ਦਿਓ। ਵੇਖੋ ਪਹਿਲੀ ਗੱਲ ਤੇ ਮੇਰਾ ਖਿਆਲ ਤੇ ਵੀ ਅਰਦਾਸ ਮੇਰੇ ਵਰਗੇ ਦੀ ਕੀ ਸੁਣੀ ਜਾਣੀ ਹੈ। ਤੇ ਜੇ ਚਲੋ ਨਾਮ ਧਰੀਕ ਸੇਖਾ ਮਹਾਰਾਜ ਸੁਣ ਵੀ ਲਵੇ ਤੇ ਪੁੱਛੋ ਵੀ ਲੰਬੀ ਉਮਰ ਦਾ ਕਰੋਗੇ ਕੀ? ਫਿਰ ਜੰਮਣਾ ਪਏਗਾ। ਗੁਰਮਤ ਦਾ ਸਿਧਾਂਤ ਇਹ ਹੈ ਵੀ ਜਦੋਂ ਅਰਦਾਸ ਕਰਨੀ ਹੈ ਕਹੋ ਮਹਾਰਾਜ ਜੰਮਣ ਮਰਨ ਕੱਟੋ, ਕਿਉਂਕਿ ਜੇ ਫਿਰ ਜਨਮ ਹੋਇਆ ਤੇ ਫਿਰ ਮੌਤ ਹੋਏਗੀ। ਜੇ ਫਿਰ ਜਨਮ ਹੋਇਆ ਤੇ ਫਿਰ ਮੌਤ ਹੋਏਗੀ। ਜੇ ਤੁਸੀਂ ਮਰਨ ਤੋਂ ਡਰਦੇ ਹੋ ਤੇ ਤੁਹਾਨੂੰ ਜਨਮ ਰੋਕਣਾ ਪੈਣਾ ਹੈ। ਹੁਣ ਕਈ ਲੋਕ ਕਰਜ਼ੇ ਤੋਂ ਡਰਦੇ ਨੇ, ਕਰਜ਼ਾ ਲੈਣ ਤੋਂ ਨਹੀਂ ਡਰਦੇ, ਕਰਜ਼ਾ ਮੋੜਨ ਤੋਂ ਬੜਾ ਡਰਦੇ ਨੇ। ਪੁੱਛੋ ਵੀ ਤੁਹਾਨੂੰ ਆਪਣੇ ਆਪ ਤੇ ਆਇਆ ਨਹੀਂ, ਆਖਰ ਬੈਂਕ ਨੇ ਫਾਰਮੈਲਿਟੀ ਕੀਤੀ, ਤੁਸੀਂ ਕੀਤੀ ਹੋਣੀ ਹੈ। ਤੁਸੀਂ ਕਰਜ਼ਾ ਲੈਣਾ ਬੰਦ ਕਰ ਦਿਓ, ਆਪੇ ਕੰਮ ਠੀਕ ਹੋ ਜਾਏਗਾ। ਜਨਮ ਰੋਕਣਾ ਪਏਗਾ। ਜਨਮ ਰੁਕ ਜਾਏਗਾ ਤੇ ਮੌਤ ਤੋਂ ਅਸੀਂ ਛੁੱਟ ਜਾਵਾਂਗੇ। ਆਖਿਆ ਮਹਾਰਾਜ ਜਨਮ ਮਰਨ ਮਿਟ ਜਾਏ, ਇਹ ਕਿਰਪਾ ਕਰੋ। ਤੇ ਕਿਰਪਾ ਕੀ ਹੈ? ਆਪਣੇ ਮੁਖ ਤੋਂ ਉਪਦੇਸ਼ ਦਿਓ। ਹਾਂਜੀ। ਇਉ ਸੁਣ ਜਿਨ ਕਰੁਣਾ ਰਸ ਨੈਨਾ, ਭਗਤ ਪ੍ਰਕਾਸ਼ਨ ਹਿਤ ਕਹਿ ਬੈਨਾ। ਇਉਂ ਸੁਣ ਕੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਆਪਣੇ ਨੇਤਰਾਂ ਤੋਂ ਰਹਿਮਤ ਵਰਸਾਈ, ਆਪਣੇ ਮੁਖ ਤੋਂ ਬਚਨ ਉਚਾਰੇ। ਹਾਂਜੀ। ਅਗਨ ਤਾਪ ਨਾ ਜਲ ਮਹਿ ਰਹਿਨੋ,
ਵਰਤ ਕਰਨੋ ਸੀਤ ਸਨ ਸਹਿਨੋ। ਸਤਿਗੁਰੂ ਕਹਿੰਦੇ ਅੱਗ ਦੇ ਤਾਪ ਨਹੀਂ ਕਰਨੇ। ਪਾਣੀ ਵਿੱਚ ਖਲੋਣ ਦੀ ਬੈਠਣ ਦੀ ਲੋੜ ਤੁਹਾਨੂੰ ਨਹੀਂ ਹੈਗੀ। ਵਰਤ ਕਰਨ ਦੀ ਲੋੜ ਨਹੀਂ ਤੁਹਾਨੂੰ, ਤੇ ਸਰਦੀ ਗਰਮੀ ਨੂੰ ਸਹਾਰਨ ਦੀ ਲੋੜ ਵੀ ਨਹੀਂ ਹੈ। ਹੁਣ ਜਿਹੜੇ ਬੰਦੇ ਨੰਗੇ ਤੁਰੇ ਫਿਰਦੇ ਨੇ ਉਹਨਾਂ ਨੂੰ ਗਰਮੀ ਵੀ ਉਹਨਾਂ ਦੀ ਸਕਿਨ ਸਾੜਦੀ ਹੈ, ਪਤਾ ਤੁਹਾਨੂੰ। ਹੁਣ ਜਿਹੜੇ ਬੰਦੇ ਛਤਰੀ ਲੈ ਕੇ ਗਰਮੀ 'ਚ ਤੁਰਦੇ ਨੇ, ਕਿਉਂ ਤੁਰਦੇ ਨੇ? ਉਹ ਕਹਿੰਦੇ ਇਹ ਜਿਹੜੀ ਸਾਡੀ ਸਕਿਨ ਹੈ ਇਹਨੂੰ ਧੁੱਪ ਸਾੜਦੀ ਹੈ। ਸਤਿਗੁਰੂ ਕਹਿੰਦੇ ਚਾਰ ਕੰਮ ਤੁਹਾਨੂੰ ਕਰਨ ਦੀ ਲੋੜ ਹੀ ਨਹੀਂ। ਨਾ ਨੰਗੇ ਰਹਿਣਾ ਹੈ, ਨਾ ਪਾਣੀ ਵਿੱਚ ਬਹਿਣਾ ਹੈ, ਨਾ ਅੱਗ ਦੇ ਕੰਢੇ ਬਹਿਣਾ ਹੈ, ਨਾ ਵਰਤ ਰੱਖਣੇ ਨੇ, ਭੁੱਖੇ ਵੀ ਨਹੀਂ ਰਹਿਣਾ। ਨਹੀਂ, ਇਹ ਚਾਰ ਕੰਮਾਂ ਦੀ ਲੋੜ ਨਹੀਂ ਹੈਗੀ। ਹਾਂਜੀ। ਊਰਦ ਬਾਹਾਂ ਅਦੋ ਸਿਰ ਕਰਨਾ, ਖਰੇ ਹੋਣ ਚਿਰ ਲਾਓ ਇੱਕ ਚਰਨਾ। ਨਹੀਂ, ਆਪਣੀਆਂ ਬਾਹਾਂ ਤਾਂ ਨੂੰ ਵੀ ਨਹੀਂ ਖੜੀਆਂ ਕਰਨੀਆਂ। ਹੁਣ ਤੁਸੀਂ ਕਹੋ ਜੀ ਬਾਹਾਂ ਤਾਂ ਨੂੰ ਖੜੀਆਂ ਕਰਨੀਆਂ, ਨਹੀਂ, ਇਹ ਸਕੂਲ ਨਹੀਂ ਹੈ ਕਿ ਮਾਸਟਰ ਨੇ 5-7 ਮਿੰਟ ਕਰਾਈਆਂ ਤੇ ਹਟ ਗਏ। ਇੰਨਾ ਚਿਰ ਬਾਹਾਂ ਖੜੀਆਂ ਕਰਦੇ ਨੇ ਵੀ ਖੂਨ ਦੀ, ਬਲੱਡ ਦੀ ਸਰਕੂਲੇਸ਼ਨ ਬੰਦ ਹੋ ਜਾਂਦੀ ਹੈ ਤੇ ਬਾਹਾਂ ਸੁੱਕ ਜਾਂਦੀਆਂ ਨੇ। ਉਹਨੂੰ ਤਪ ਕਹਿੰਦੇ ਨੇ। ਐਵੇਂ ਪੀਟੀ ਕਰਦਿਆਂ ਬਾਹਾਂ ਤਾਂ ਕੀਤੀਆਂ ਤੇ ਤੁਸੀਂ ਸੋਚੋ ਵੀ ਤਪ ਕਰ ਲਿਆ, ਇਹ ਤਪ ਨਹੀਂ ਹੈ। ਬਾਹਾਂ ਸੁੱਕ ਜਾਣ ਤੁਹਾਡੀਆਂ ਉੱਪਰ ਕੀਤਿਆਂ, ਉਹ ਤਪ ਹੈ। ਬਾਹਾਂ ਉੱਪਰ ਨਹੀਂ ਕਰਨੀਆਂ, ਫਿਰ ਇੱਕ ਲੱਤ ਤੇ ਖੜੇ ਨਹੀਂ ਹੋਣਾ। ਕਈ ਇਹਨੂੰ ਵੀ ਤਪ ਕਹਿੰਦੇ ਨੇ। ਸਤਿਗੁਰੂ ਕਿਰਪਾ ਕਰਨ। ਸਮਾਂ ਸਮਾਪਤ ਹੈ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।